ਸਤਨਾਮ ਸ੍ਰੀ ਵਾਹਿਗੁਰੂ ਜੀ। ਤੁਧ ਆਗੇ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਉ ਨ ਜਾਣੈ ਮੇਰਾ, ਜਿਉ ਬੁਲਾਏ ਤਿਉ ਬੋਲਾਂ ਸੁਆਮੀ। ਕੁਦਰਤ ਕਵਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ। ਜੋ ਪ੍ਰਭ ਕੀ ਅਤ ਪਿਆਰੀ, ਕੋਈ ਕਰ ਦੇ ਨਸੀਬਾਂ ਵਾਲੇ। ਸਤ ਸੰਗ ਦੋ ਕੜੀਆਂ, ਕਰ ਦੇ ਨਸੀਬਾਂ ਵਾਲੇ। ਸਤ ਸੰਗ ਦੋ ਕੜੀਆਂ, ਕੋਈ ਕਰ ਦੇ ਨਸੀਬਾਂ ਵਾਲੇ। ਸਤ ਸੰਗ ਦੋ ਕੜੀਆਂ, ਨਸੀਬਾਂ ਵਾਲੇ। ਸਤ ਸੰਗ ਦੋ ਕੜੀਆਂ, ਕੀ ਕਰ ਦੇ ਨਸੀਬਾਂ ਵਾਲੇ। ਸਤ ਸੰਗ ਦੋ ਕੜੀਆਂ, 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 ਕੋਈ ਕਰ ਦੇ ਨਸੀਬਾਂ ਵਾਲੇ। ਸਤ ਸੰਗ ਦੋ ਕੜੀਆਂ, ਕਰ ਦੇ ਨਸੀਬਾਂ ਵਾਲੇ। ਸਤ ਸੰਗ ਦੋ ਕੜੀਆਂ, ਕਰ ਦੇ ਨਸੀਬਾਂ ਵਾਲੇ। ਸਤ ਸੰਗ ਦੋ ਕੜੀਆਂ, ਸਤ ਸੰਗ ਜੀ ਦੋ ਕੜੀਆਂ। ਸਤ ਸੰਗ ਜੀ ਦੋ ਕੜੀਆਂ, ਓ ਸਤ ਸੰਗ ਜੀ ਦੋ ਕੜੀਆਂ। ਓ ਸਤ ਸੰਗ ਜੀ ਦੋ ਕੜੀਆਂ, ਜੀ ਦੋ ਕੜੀਆਂ। ਓ ਸਤ ਸੰਗ ਜੀ ਦੋ ਕੜੀਆਂ, ਸਤ ਸੰਗ ਜੀ ਦੋ ਕੜੀਆਂ। ਸਤ ਸੰਗ ਜੀ ਦੋ ਕੜੀਆਂ, ਓ ਸਤ ਸੰਗ ਜੀ ਦੋ ਕੜੀਆਂ। ਓ ਸਤ ਸੰਗ ਜੀ ਦੋ ਕੜੀਆਂ, ਦੋ ਕੜੀਆਂ। ਓ ਸਤ ਸੰਗ ਜੀ ਦੋ ਕੜੀਆਂ, ਕਰ ਦੇ ਨਸੀਬਾਂ ਵਾਲੇ।
ਵਾਲੇ ਸਤ ਸੰਗ ਦੋ ਕੜੀਆਂ ਕਰ ਦੇ ਨਸੀਬਾਂ ਵਾਲੇ ਸਤ ਸੰਗ ਦੋ ਘੜੀਆਂ ਕਰ ਦੇ ਨਸੀਬਾਂ ਵਾਲੇ ਸਤ ਸੰਗ ਦੋ ਘੜੀਆਂ ਕੋਈ ਕਰ ਦੇ ਨਸੀਬਾਂ ਵਾਲੇ ਸਤ ਸੰਗ ਦੋ ਘੜੀਆਂ ਨਸੀਬਾਂ ਵਾਲੇ ਸਤ ਸੰਗ ਦੋ ਘੜੀਆਂ ਕੀ ਕਰ ਦੇ ਨਸੀਬਾਂ ਵਾਲੇ ਸਤ ਸੰਗ ਦੋ ਘੜੀਆਂ ਸੰਗਤ ਵਡ ਭਾਗੀ ਪਾਵੈ ਭਾਗਹੀਣ ਬ੍ਰਹਮ ਚੋਟਾਂ ਖਾਵੈ ਬਿਨ ਭਾਗਾ ਸਤ ਸੰਗ ਨ ਲਭੈ ਬਿਨ ਸੰਗਤ ਮੈਲ ਪਰੀਜੈ ਜੀਓ ਸੰਗ ਸਾਧ ਦਾ ਕੁਲਾਂ ਨੂੰ ਤਾਰੇ ਤੂੰ ਵੀ ਕਰ ਲੈ ਮੇਰਿਆ ਮਨਾ ਸਾਧ ਦਾ ਕੁਲਾਂ ਨੂੰ ਤਾਰੇ ਤੂੰ ਵੀ ਕਰ ਲੈ ਮੇਰਿਆ ਮਨਾ ਸਾਧ ਦਾ ਕੁਲਾਂ ਨੂੰ ਤਾਰੇ ਤੂੰ ਵੀ ਕਰ ਲੈ ਮੇਰਿਆ ਮਨਾ ਸਾਧ ਦਾ ਕੁਲਾਂ ਨੂੰ ਤਾਰੇ ਤੂੰ ਵੀ ਕਰ ਲੈ ਮੇਰਿਆ ਮਨਾ ਵੀ ਕਰ ਲੈ ਮੇਰਿਆ ਮਨਾ ਸਾਧ ਦਾ ਕੁਲਾਂ ਨੂੰ ਤਾਰੇ ਤੂੰ ਵੀ ਕਰ ਲੈ ਮੇਰਿਆ ਮਨਾ ਸਾਧ ਦਾ ਕੁਲਾਂ ਨੂੰ ਤਾਰੇ ਤੂੰ ਵੀ ਕਰ ਲੈ ਮੇਰਿਆ ਮਨਾ ਸਾਧ ਦਾ ਕੁਲਾਂ ਨੂੰ ਤਾਰੇ ਤੂੰ ਵੀ ਕਰ ਲੈ ਮੇਰਿਆ ਮਨਾ ਸਾਧ ਦਾ ਕੁਲਾਂ ਨੂੰ ਤਾਰੇ ਤੂੰ ਵੀ ਕਰ ਲੈ ਮੇਰਿਆ ਮਨਾ ਸਾਧ ਦਾ ਕੁਲਾਂ ਨੂੰ ਤਾਰੇ ਤੂੰ ਵੀ ਕਰ ਲੈ ਮੇਰਿਆ ਮਨਾ ਤੂੰ ਵੀ ਕਰ ਲੈ ਮੇਰਿਆ ਮਨਾ ਤੂੰ ਵੀ ਕਰ ਲੈ ਮੇਰਿਆ ਮਨਾ ਤੂੰ ਵੀ ਕਰ ਲੈ ਜੀ ਮੇਰਿਆ ਮਨਾ ਤੂੰ ਵੀ ਕਰ ਲੈ ਜੀ ਮੇਰਿਆ ਮਨਾ ਤੂੰ ਵੀ ਕਰ ਲੈ ਜੀ ਮੇਰਿਆ ਮਨਾ ਆ ਤੂੰ ਵੀ ਕਰ ਲੈ ਜੀ ਮੇਰਿਆ ਮਨਾ ਮੇਰਿਆ ਮਨਾ ਆ ਤੂੰ ਵੀ ਕਰ ਲੈ ਜੀ ਮੇਰਿਆ ਮਨਾ ਤੂੰ ਵੀ ਕਰ ਲੈ ਜੀ ਮੇਰਿਆ ਮਨਾ ਵਾਹਿਗੁਰੂ ਤੂੰ ਵੀ ਕਰ ਲੈ ਜੀ ਮੇਰਿਆ ਮਨਾ ਤੂੰ ਵੀ ਕਰ ਲੈ ਜੀ ਮੇਰਿਆ ਮਨਾ ਆ ਤੂੰ ਵੀ ਕਰ ਲੈ ਜੀ ਮੇਰਿਆ ਮਨਾ ਮੇਰਿਆ ਮਨਾ ਵੀ ਕਰ ਲੈ ਜੀ ਮੇਰਿਆ ਮਨਾ
ਸਾਧ ਦਾ ਕੋਲਾ ਨੂੰ ਤਾਰੇ, ਕੋਲਾ ਨੂੰ ਜੀ ਤਾਰੇ। ਤੂੰ ਵੀ ਕਰ ਲੈ ਮੇਰੀਆਂ ਮਨਾ, ਸਾਧ ਦਾ ਕੋਲਾ ਨੂੰ ਤਾਰੇ। ਤੂੰ ਵੀ ਕਰ ਲੈ ਮੇਰਿਆ ਮਨਾ, ਸਾਧ ਦਾ ਕੁਲਾਂ ਨੂੰ ਤਾਰੇ। ਤੂੰ ਵੀ ਕਰ ਲੈ ਮੇਰਿਆ ਮਨਾ, ਸਾਧ ਦਾ ਕੁਲਾਂ ਨੂੰ ਤਾਰੇ। ਤੂੰ ਵੀ ਕਰ ਲੈ ਮੇਰਿਆ ਮਨਾ। ਵੀ ਕਰ ਲੈ ਮੇਰਿਆ ਮਨਾ, ਸਾਧ ਦਾ ਕੁਲਾਂ ਨੂੰ ਤਾਰੇ। ਤੂੰ ਵੀ ਕਰ ਲੈ ਮੇਰਿਆ ਮਨਾ। ਸੰਤ ਸਰਣ ਜੋ ਜਨ ਪੁਰੈ, ਸੋ ਜਨ ਉਧਰਨਹਾਰ। ਸੰਤ ਕੀ ਨਿੰਦਾ ਨਾਨਕਾ, ਬੋਰ ਬੋਰ ਅਵਤਾਰ। ਪਰਮ ਸਤਿਕਾਰ। ਗੁਰੂ ਸਰੂਪ ਗੁਰੂ ਸਵਾਰੀ ਸਾਧ ਸੰਗਤ ਜੀ, ਜਿਤਨੇ ਆਪ ਪੂਰਨਮਾਸ਼ੀ ਦੇ ਸ਼ੁਭ ਦਿਹਾੜੇ ਨੂੰ ਮੁੱਖ ਰੱਖਦੇ ਹਾਂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਆਪਣੀਆਂ ਹਾਜ਼ਰੀਆਂ ਭਰ ਕੇ ਆਪਣੇ ਸਮੇਂ ਤੇ ਸਵਾਸਾਂ ਨੂੰ ਸਫਲ ਬਣਾ ਰਹੇ ਹੋ। ਬਹੁਤ ਵੱਡੇ ਭਾਗਾਂ ਵਾਲੇ ਹੋ। ਗੁਰੂ ਪਾਤਸ਼ਾਹ ਨੇ ਮਹਾਨ ਬਖਸ਼ਾਂ ਕੀਤੀਆਂ। ਪਰਸੋਂ ਤੋਂ ਗੁਰੂ ਘਰ ਵਿਖੇ ਤੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਟਾਈ ਦੇ ਸ਼੍ਰੀ ਅਖੰਡ ਪਾਠ ਪ੍ਰਾਰੰਭ ਸਨ, ਜਿਨ੍ਹਾਂ ਦੇ ਹੁਣ ਸੰਪੂਰਨਤਾ ਦੇ ਭੋਗ ਪਏ। ਆਪ ਸੰਗਤ ਨੇ ਅਲਾਹੀ ਰੱਬੀ ਬਾਣੀ ਦੇ ਪਾਠ ਸਰਵਣ ਕਰਕੇ ਆਪਣੇ ਸਮੇਂ ਤੇ ਸਵਾਸਾਂ ਨੂੰ ਸਫਲਾ ਬਣਾਇਆ। ਜਿੱਥੇ ਪੂਰਨਮਾਸ਼ੀ ਦਾ ਸ਼ੁਭ ਦਿਹਾੜਾ ਹੈ, ਉੱਥੇ ਸਤਿਕਾਰਯੋਗ ਰਿਸ਼ੀ ਵਾਲਮੀਕੀ ਜੀਆਂ ਦਾ ਵੀ ਅੱਜ ਜਨਮ ਦਿਹਾੜਾ ਹੈ, ਜੋ ਸਾਰੇ ਹੀ ਸੰਸਾਰ ਦੇ ਵਿੱਚ ਬੜੀ ਸ਼ਰਧਾ ਦੇ ਨਾਲ ਮਨਾ ਰਹੇ ਹਨ। ਜੋ ਸਤਿਪੁਰਸ਼ ਨੇ ਉਹ ਸੰਸਾਰ ਦੇ ਭਲੇ ਵਾਸਤੇ ਆਉਂਦੇ ਨੇ। ਜਿਤਨੀਆਂ ਸੰਗਤਾਂ ਗੁਰੂ ਚਰਨਾਂ ਵਿੱਚ ਬੈਠੇ ਰਸਨਨ ਪਵਿੱਤਰ ਕਰਦੇ, ਸਾਰੇ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਬਾਣੀ ਵਿੱਚ ਫਰਮਾਨ ਕਰਦੇ ਹੈ, ਅਵਨਾਸੀ ਜੀਵਨ ਕੋ ਦਾਤਾ, ਸਿਮਰਤ ਸਮਲ ਖੋਈ। ਗੁਣ ਨਿਧਾਨ ਭਗਤਨ ਕੋ ਵਰਤਨ, ਵਿਰਲਾ ਪਾਵੈ ਕੋਈ। ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ, ਜਾ ਕੀ ਸ਼ਰਨ ਪਿਆ ਸੁਖ ਪਾਈਐ। ਬਹੁੜ ਦੁਖ ਨਾ ਹੋਈ ਰਹਾਓ, ਵਡ ਭਾਗੀ ਸਾਧ ਸੰਗ ਪ੍ਰਾਪਤ। ਤਿਨ ਭੇਟਤ ਦੁਰਮਤ ਖੋਈ, ਤਿਨ ਕੀ ਧੂੜ ਨਾਨਕ ਦਾਸ ਵਾਸੈ। ਜਿਨ ਹਰ ਨਾਮ ਹਿਰਦੈ ਪਰੋਈ। ਇਹ ਗੁਰੂ ਪਾਤਸ਼ਾਹ ਜੀਆਂ ਨੇ ਹੁਕਮਨਾਮ ਬਖਸ਼ਿਸ਼ ਕੀਤਾ ਹੈ ਵੀ ਪਰਮੇਸ਼ਰ ਵਾਹਿਗੁਰੂ ਦਾ, ਪਰਮਾਤਮਾ ਦਾ, ਜੋ ਅਵਨਾਸੀ ਨਾਸ ਤੋਂ ਰਹਿਤ ਹੈ। ਜਿਤਨੇ ਜੀਵ ਜੰਤ ਨੇ 84 ਲੱਖ ਜੋਨ ਕਹਿ ਦੀ, ਸਭ ਦਾ ਦਾਤਾ ਹੈ, ਸਭ ਦੀ ਦੇਖਭਾਲ ਕਰਨ ਵਾਲਾ ਉਹ। ਤੇ ਉਹ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰੀਏ, ਬੰਦਗੀ ਕਰੀਏ, ਤਾਂ ਗੁਰੂ ਮਹਾਰਾਜ ਜੀ ਕਹਿੰਦੇ ਜਿਹੜੀ ਆਪਣੇ ਮਨ ਦੀ ਮੈਲ ਹੈ, ਪਾਪੇ ਵਿਕਾਰਾਂ ਦੀ, ਉਹ ਦੂਰ ਹੁੰਦੀ ਹੈ। ਪਾਤਸ਼ਾਹ ਦੇ ਕੋਲ ਪੁੱਛਿਆ ਗਿਆ, ਮਹਾਰਾਜ ਜੀ ਇਹ ਮੈਲ ਦੂਰ ਕਿਵੇਂ ਹੁੰਦੀ ਹੈ? ਮਹਾਰਾਜ ਕਹਿੰਦੇ ਅਵਨਾਸੀ ਜੀਵਨ ਕੋ ਦਾਤਾ, ਸਿਮਰਤ ਸਮਲ ਖੋਈ। ਉਹਦਾ ਸਿਮਰਨ ਕਰੋ, ਬੰਦਗੀ ਕਰੋ, ਨਾਮ ਜਪੋ। ਜੇ ਜਪਾਂਗੇ ਤਾਂ ਗੁਰੂ ਮਹਾਰਾਜ ਜੀ ਕਹਿੰਦੇ ਆਪਣੇ ਪਾਪਾਂ ਦੀ ਮੈਲ ਜੋ ਉਹ ਸਾਰੀ ਖਤਮ ਹੋ ਜਾਂਦੀ ਹੈ। ਗੁਣ ਨਿਧਾਨ ਭਗਤਨ ਕੋ ਵਰਤਨ, ਪਰਮੇਸ਼ਰ ਵਾਹਿਗੁਰੂ ਗੁਣਾਂ ਦਾ ਖਜ਼ਾਨਾ ਹੈ। ਕਹਿੰਦੇ ਭਗਤੀ ਭਾਵ ਵਾਲਿਆਂ ਦੇ ਵਰਤਨ ਵਾਲਾ ਹੈ। ਐਨੇ ਗੁਣ ਨੇ ਪ੍ਰਮਾਤਮਾ ਦੇ ਵਿੱਚ,
ਜਿਹਦਾ ਕੋਈ ਆਪਾਂ ਹਿਸਾਬ ਨਹੀਂ ਲਾ ਸਕਦੇ। ਊਚ ਅਪਾਰ ਵੇ ਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ। ਗਾਵਤੇ ਉਦਰੇ ਸੁਣਤੇ ਉਦਰੇ ਵਿਣ ਸੇ ਪਾਪ ਕਨੇਰੇ। ਪਸ਼ੂ ਪ੍ਰੇਤ ਮੁਗਧ ਕੋ ਤਾਰੇ ਪਾਹਨ ਪਾਰ ਉਤਾਰੇ। ਨਾਨਕ ਦਾਸ ਤੇਰੀ ਸ਼ਰਨਾਈ ਸਦਾ ਸਦਾ ਬਲਿਹਾਰੇ। ਮਹਾਰਾਜ ਕਹਿੰਦੇ ਗੁਣ ਨਿਧਾਨ ਭਗਤਨ ਕੋ ਵਰਤਨ ਵਿਰਲਾ ਪਾਵੈ ਕੋਈ। ਇਹ ਜਗ੍ਹਾ ਨੂੰ ਗੁਰੂ ਪਰਮੇਸ਼ਰ ਦੀ ਸ਼ਰਨ ਨੂੰ ਜਾਂ ਉਹਦੇ ਗੁਣਾਂ ਨੂੰ ਕੋਈ ਵਿਰਲਾ ਵਿਰਲਾ ਹੈ। ਸਾਰੇ ਸੰਸਾਰ ਦੇ ਸਾਰੇ ਜੀਵ ਐਸੇ ਨਹੀਂ ਗੇ ਵੀ ਜੋ ਸਾਰੇ ਸੰਗਤ ਵਿੱਚ ਆਉਂਦੇ ਆ। ਸਾਰਿਆਂ ਨੂੰ ਸੰਗਤ ਪਿਆਰੀ ਲੱਗਦੀ ਹੈ, ਨਹੀਂ ਐਸੇ ਨਹੀਂ ਹੈ। ਫਿਰ ਇਹ ਨਹੀਂ ਵੀ ਜਿਹੜੇ ਸਾਰੇ ਸੰਗਤ ਵਿੱਚ ਆਉਂਦੇ ਨੇ ਉਹ ਸਾਰੇ ਬਹਿ ਕੇ ਗੁਣ ਗਾਉਂਦੇ ਆ, ਇਹ ਵੀ ਨਹੀਂ ਗਾ। ਫਿਰ ਇਹ ਵੀ ਜਿੰਨੇ ਗੁਣ ਗਾਉਂਦੇ ਵੀ ਨੇ ਉਹਨੇ ਜਿੰਨੇ ਬੈਠੇ ਨੂੰ ਸੁਣਦੇ ਨੇ ਜਾਂ ਗਾਉਂਦੇ ਨੇ, ਜਾਂ ਫਿਰ ਗਾਉਣ ਵਾਲੇ ਉਹਨਾਂ ਅਸਰ ਕਰਦੇ ਹੈ। ਇਹ ਨਹੀਂ ਹੈ, ਕੋਈ ਵਿਰਲਾ ਵਿਰਲਾ ਹੈ। ਜਿਹੜੀ ਆਪਣੀ ਮੱਤ ਕੱਚੀ ਹੈ, ਆਪਾਂ ਕੱਚੇ ਦੇ ਵਪਾਰੀ ਹਾਂ, ਆਪਾਂ ਤਾਂ ਮੜੀਆਂ ਮਸਾਣੀਆਂ ਪੂਜਣ ਵਾਲੇ ਲੋਕ ਹਾਂ। ਆਪਾਂ ਪਰਮੇਸ਼ਰ ਦੇ ਗੁਣਾਂ ਦੀ ਕਦਰ ਕਿਸੇ ਕਿਸੇ ਨੂੰ ਹੈ। ਜਗ ਮੈਂ ਉਤਮ ਕਾਢੀ ਹੈ ਵਿਰਲੇ ਕੇਈ। ਪਰਮੇਸ਼ਰ ਦੇ ਗੁਣਾਂ ਦੀ ਕਦਰ ਕਿਸੇ ਕਿਸੇ ਨੂੰ ਹੈ। ਜਿਹਨੂੰ ਕਦਰ ਹੋ ਗਈ, ਜਿਹਨੂੰ ਸੋਝੀ ਹੋ ਗਈ, ਫਿਰ ਉਹਦਾ ਪਾਸੀ ਪਲਟ ਜਾਂਦਾ। ਜੇ ਵਾਲਮੀਕ ਨੂੰ ਪਤਾ ਲੱਗ ਗਿਆ ਰੱਬ ਦੇ ਨਾਮ ਦੇ ਵਿੱਚ ਐਡੀ ਵੱਡੀ ਬਰਕਤ ਹੈ, ਐਡੀ ਤਾਕਤ ਹੈ, ਫਿਰ ਦੇਖ ਲਓ ਕੀ ਬਣਿਆ ਭਾਈ। ਜਦੋਂ ਰੱਬ ਦੇ ਨਾਮ ਦੀ ਆਪਾਂ ਨੂੰ ਸੋਝੀ ਆ ਜਾਵੇ, ਪਤਾ ਲੱਗ ਜਾਵੇ ਵੀ ਹਾਂ ਰੱਬ ਦਾ ਨਾਮ ਐਡਾ ਵੱਡਾ, ਇੰਨਾ ਉੱਚਾ ਹੈ, ਜੋ ਇਹਨੂੰ ਕਰਦਾ ਉੱਚਾ ਹੋ ਜਾਂਦਾ ਹੈ। ਜੋ ਵੀ ਇਹਨੂੰ ਮਹਾਰਾਜ ਕਹਿੰਦੇ, ਪਰ ਸੰਸਾਰ ਦੇ ਵਿੱਚ ਸਾਰੇ ਨਹੀਂ ਹੈ। ਗੁਣ ਨਿਧਾਨ ਭਗਤਨ ਕੋ ਵਰਤਨ ਵਿਰਲਾ ਪਾਵੈ ਕੋਈ ਹੈ ਬਸ। ਨਹੀਂ ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਸਾਰੇ ਹੀ ਕੂਰ ਕਿਰਿਆ ਉਰਜਿਓ ਸਭ ਹੀ ਜਗ। ਝੂਠੀ ਕਿਰਿਆ ਦੇ ਵਿੱਚ, ਝੂਠੇ ਭਾਵ ਪਖੰਡਾਂ ਦੇ ਵਿੱਚ ਆਪਾਂ ਲੋਕ ਫਸੇ ਪਏ ਹਾਂ। ਪਰ ਰੱਬ ਦੀ ਭਗਤੀ, ਉਹਦੀ ਬੰਦਗੀ ਦੇ ਲਈ ਆਪਾਂ ਨੂੰ ਕੋਈ ਟਾਈਮ ਨਹੀਂ, ਪਤਾ ਹੀ ਨਹੀਂ ਆਪਾਂ ਨੂੰ ਉਹਦੇ ਬਾਰੇ। ਗੁਰੂ ਪਾਤਸ਼ਾਹ ਜੀ ਕਹਿੰਦੇ ਕੂਰ ਕੁਰਿਆ ਉਰਜਿਓ ਸਭ ਹੀ ਜਗ। ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਉਹਦਾ ਪਤੀ ਲਾਲਾ ਦੀ ਕੀ ਸਾਰ ਜਾਣਦੇ। ਵਾਲੇ ਲਾਲਾ ਦੀ ਕੀ ਸਾਰ ਜਾਣਦੇ। ਕੌਡੀ ਆਖਰੀ ਦਣ ਵਾਲੇ ਲਾਲਾ ਦੀ ਨਾ ਸਾਰ ਜਾਣਦੇ। ਲਾਲਾ ਦੀ ਨਾ ਸਾਰ ਜਾਣਦੇ। ਲਾਲਾ ਦੀ ਨਾ ਸਾਰ ਜਾਣਦੇ। ਕੌਡੀ ਆਖਰੀ ਦਣ ਵਾਲੇ ਲਾਲਾ ਦੀ ਕੀ ਸਾਰ ਜਾਣਦੇ। ਕੌਡੀ ਆਖਰੀ ਦਣ ਵਾਲੇ ਲਾਲਾ ਦੀ ਨਾ ਸਾਰ ਜਾਣਦੇ। ਕੌਡੀ ਆਖਰੀ ਦਣ ਵਾਲੇ ਲਾਲਾ ਦੀ ਨਾ ਸਾਰ ਜਾਣਦੇ। ਕੌਡੀ ਆਖਰੀ ਦਣ ਵਾਲੇ ਲਾਲਾ ਦੀ ਨਾ ਸਾਰ ਜਾਣਦੇ। ਲਾਲਾ ਦੀ ਨਾ ਜੀ ਸਾਰ ਜਾਣਦੇ।
ਲਾਲਾ ਦੀਨਾ ਜੀ ਸਾਰ ਜਾਣਦੇ। ਓ ਲਾਲਾ ਦੀਨਾ ਜੀ ਸਾਰ ਜਾਣਦੇ। ਓ ਲਾਲਾ ਦੀਨਾ ਜੀ ਸਾਰ ਜਾਣਦੇ। ਸਾਰ ਜਾਣਦੇ। ਲਾਲਾ ਦੀਨਾ ਜੀ ਸਾਰ ਜਾਣਦੇ। ਲਾਲਾ ਦੀਨਾ ਜੀ ਸਾਰ ਜਾਣਦੇ। ਓ ਲਾਲਾ ਦੀਨਾ ਜੀ ਸਾਰ ਜਾਣਦੇ। ਓ ਲਾਲਾ ਦੀਨਾ ਜੀ ਸਾਰ ਜਾਣਦੇ। ਕੌਡੀਆਂ ਖਰੀਦਣ ਵਾਲੇ ਲਾਲਾ ਦੀਨਾ ਸਾਰ ਜਾਣਦੇ। ਕੌਡੀਆਂ ਖਰੀਦਣ ਵਾਲੇ ਲਾਲਾ ਦੀਨਾ ਸਾਰ ਜਾਣਦੇ। ਕੌਡੀਆਂ ਖਰੀਦਣ ਵਾਲੇ ਲਾਲਾ ਦੀਨਾ ਸਾਰ ਜਾਣਦੇ। ਰੇ ਕੌਡੀਆਂ ਖਰੀਦਣ ਵਾਲੇ ਲਾਲਾ ਦੀਨਾ ਸਾਰ ਜਾਣਦੇ। ਖਰੀਦਣ ਵਾਲੇ ਲਾਲਾ ਦੀਨਾ ਸਾਰ ਜਾਣਦੇ। ਇਸ ਕਰਕੇ ਗੁਰੂ ਮਹਾਰਾਜ ਕਹਿੰਦੇ ਗੁਣ ਨਿਧਾਨ ਭਗਤਨ ਕੋ ਵਰਤਨ ਵਿਰਲਾ ਪਾਵੈ। ਕੋਈ ਜਪ ਮਨ ਗੁਰੂ ਗੋਪਾਲ ਪ੍ਰਭ ਸੋਈ। ਉਹ ਗੋਪਾਲ ਪ੍ਰਥਮੀ ਪਾਲਕ ਹੈ ਮਣਾ ਉਹਨੂੰ ਜਪਣਾ ਕਰ। ਜਾਂ ਕੀ ਸ਼ਰਨ ਸੁਖ ਜਾ ਕੀ ਸ਼ਰਨ ਪਿਆ ਸੁਖ ਪਾਈਐ। ਉਹ ਪਰਮੇਸ਼ਰ ਵਾਹਿਗੁਰੂ ਦੀ ਆਪਾ ਸ਼ਰਨ ਵਿੱਚ ਪੈ ਗਏ ਨਾ, ਫਿਰ ਆਪਾਂ ਨੂੰ ਸੁਖ ਪ੍ਰਾਪਤ ਹੋ ਜਾਣਾ। ਮੁੜ ਕੇ ਮਹਾਰਾਜ ਕਹਿੰਦੇ ਕੋਈ ਦੁੱਖ ਤਕਲੀਫ ਨਹੀਂ ਹੋਣੀ। ਜਾ ਕੇ ਸ਼ਰਨ ਪਿਆ ਸੁਖ ਪਾਈਐ ਬਹੁੜ ਦੁੱਖ ਨਾ ਹੋਈ। ਜੰਮਣ ਮਰਨ ਦੇ ਦੁੱਖ ਸਾਰੇ ਖਤਮ ਹੋ ਜਾਣਗੇ। ਪਰਮੇਸ਼ਰ ਦੀ ਸ਼ਰਨ ਵਿੱਚ ਆਇਆ। ਸਤਿਗੁਰੂ ਮਹਾਰਾਜ ਕਹਿੰਦੇ ਬਹੁੜ ਦੁੱਖ ਨਾ ਹੋਈ। ਬੜ ਭਾਗੀ ਸਾਧ ਸੰਗ ਪ੍ਰਾਪਤ। ਆ ਜਿਹੜੀ ਸੰਗਤ ਹੈ ਵੱਡਿਆਂ ਭਾਗਾਂ ਦੇ ਨਾਲ ਪ੍ਰਾਪਤ ਹੁੰਦੀ ਹੈ। ਜਾਂ ਸੰਗਤ ਕਰਨ ਦੇ ਨਾਲ ਜੋ ਵੱਡਾ ਆਪਣੇ ਅੰਦਰ ਪਨ ਹੈ ਉਹ ਭਾਗ ਦੌੜ ਜਾਂਦਾ ਹੈ, ਨਿਮਰਤਾ ਆ ਜਾਂਦੀ ਹੈ। ਨਿਮਰਤਾ ਆ ਜਾਂਦੀ ਹੈ। ਮਹਾਰਾਜ ਕਹਿੰਦੇ ਬੜ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ। ਆ ਜਿਹੜੀ ਦੁਰਮਤ ਹੈ ਨਾ, ਜਿਹੜੀ ਆਪਣੇ ਅੰਦਰ ਬੇਪ੍ਰੀਤੀ ਆਈ ਹੋਈ ਹੈ, ਮਾੜੇ ਕਰਮਾਂ ਦੇ ਵਿੱਚ ਖੱਚਤਾ ਨਾਮ ਤੋਂ ਦੂਰ ਆ। ਜਦੋਂ ਕੋਈ ਮਨ ਕਰਕੇ ਸੰਗਤ ਵਿੱਚ ਆਉਂਦਾ ਹੈ ਫਿਰ ਗੁਰੂ ਮਹਾਰਾਜ ਕਹਿੰਦੇ ਉਹਦੀ ਦੁਰਮਤ। ਜਿਵੇਂ ਪਾਤਸ਼ਾਹ ਪ੍ਰਮਾਣ ਕਰਦੇ ਪ੍ਰਾਨੀ ਕੌਣ ਕੋ ਮਤ ਤੈ ਲੀਨੀ। ਪਰਦਾਰਾ ਨਿੰਦਿਆ ਰਸ ਰਚਿਓ ਨਾ ਭਗਤ ਨਹਿ ਕੀਨੀ। ਜਿਹੜੀ ਕੋ ਮਤ ਹੈ ਇੱਥੇ ਦੁਰਮਤ ਨੌਵੇਂ ਪਾਤਸ਼ਾਹ ਕੁਮਤ ਕਹਿੰਦੇ ਆ ਵੀ ਜਿਹੜੇ ਤੇ ਕੁਮਤ ਧਾਰਨ ਕੀਤੀ ਹੈ ਪਰਾਈ ਨਿੰਦਿਆ ਕਰੀ ਜਾਂਦਾ ਬੈਠਾ, ਤੇਰੇ ਕੋਲ ਕੰਮੇ ਕੋਈ ਹੋਰ ਨਹੀਂਗਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਪ੍ਰਾਨੀ ਕੌਣ ਕੁਮਤ ਤੇ ਲੀਨੀ ਪਰਦਾਰਾ ਨਿੰਦਿਆ ਰਸ ਰਚਿਓ। ਪਰਾਈ ਦਾਰਾ, ਪਰਾਈ ਮਾਇਆ, ਪਰਾਈ ਚੋਰੀ ਠੱਗੀ, ਪਰਾਈ ਨਿੰਦਿਆ ਰਸਾਂ ਦੇ ਵਿੱਚ ਰਸਿਆ ਪਿਆ। ਕਦੇ ਤੂੰ ਪਰਮੇਸ਼ਰ ਦੀ ਭਗਤੀ ਨਹੀਂ ਕਰਦਾ, ਸਿਮਰਨ ਨਹੀਂ ਕਰਦਾ, ਬੰਦਗੀ ਨਹੀਂ ਕਰਦਾ।
ਫਿਰ ਜਿਹੜੀ ਇਹਦੇ ਵਿੱਚ ਫਸਿਆ ਬੰਦਾ, ਗੁਰੂ ਪਾਤਸ਼ਾਹ ਜੀ ਕਹਿੰਦੇ ਉਦੋਂ ਹੀ ਨਿਕਲਦਾ ਹੈ ਜਦੋਂ ਰੱਬ ਦੇ ਪਿਆਰਿਆਂ ਦੀ ਸੰਗਤ ਕਰ ਲੈਂਦਾ। ਜਿਵੇਂ ਕੀਤੇ ਬਾਬਾ ਵਾਲਮੀਕ ਜੀਆਂ ਨੂੰ, ਪਹਿਲਾਂ ਉਹਨਾਂ ਦਾ ਜੀਵਨ ਕੈਸਾ ਸੀਗਾ, ਜਦੋਂ ਉਹਨਾਂ ਨੂੰ ਰੱਬ ਦੇ ਪਿਆਰਿਆਂ ਦਾ ਮਿਲਾਪ ਹੋ ਗਿਆ ਨਾ, ਰੱਬ ਦੇ ਪਿਆਰਿਆਂ ਦਾ ਮਿਲਾਪ ਹੋ ਗਿਆ, ਸੰਗਤ ਹੋ ਗਈ, ਫਿਰ ਉਹੀ ਜਿਹੜਾ ਮਾਨੋ ਕਿ ਧਾੜਵੀ ਸੀਗਾ, ਜਿਵੇਂ ਕੀਤੇ ਬਾਬਾ ਬਿਧੀ ਚੰਦ ਜੀਆਂ ਨੂੰ, ਬਹੁਤ ਐਸੇ, ਜਿਵੇਂ ਬਾਬਾ ਨਾਹਰ ਸਿੰਘ ਜੀਆਂ ਨੂੰ ਬਾਬਾ ਕਿਰਪਾਲ ਸਿੰਘ ਜੀਆਂ ਦਾ ਮਿਲਾਪ ਹੋ ਗਿਆ। ਅੱਜ ਕੱਲ ਕੋਈ ਸਾਧੂ ਨਹੀਂ ਹੈ, ਫਲਾਣਾ ਨਹੀਂ ਹੈ, ਧਿਮਕਾ ਨਹੀਂ ਹੈ ਜੀ, ਪਰ ਜੇ ਸੰਗਤ ਮਨ ਕਰਕੇ ਕਰਾਂਗੇ, ਕੋਈ ਰੱਬ ਦਾ ਪਿਆਰਾ ਮਿਲ ਜਾਵੇ, ਇਸੇ ਕਰਕੇ ਫਿਰ ਗੁਰੂ ਪਾਤਸ਼ਾਹ ਜੀ ਕਹਿੰਦੇ ਇੰਨੇ ਪੱਕੇ ਹੁੰਦੇ ਨੇ ਉਹ, ਮਾਨੋ ਕਿ ਜੇ ਕੇਰਾ ਉਹਨਾਂ ਆਪਣੇ ਜੁੜ ਜਾਵੇ ਨਾ, ਰੱਬ ਦੇ ਪਿਆਰਾਂ ਨਾਲ ਜੁੜ ਜਾਵੇ, ਗੱਲ ਜੁੜਨ ਦੀ ਹੈ ਨਾ, ਜਦੋਂ ਜੁੜ ਗਈ ਫਿਰ ਗੁਰੂ ਮਹਾਰਾਜ ਜੀ ਕਹਿੰਦੇ ਲੋਕ ਪ੍ਰਲੋਕ ਦੇ ਸਹਾਈ ਬਣ ਜਾਂਦੇ ਆ। ਉਹ ਲੋਕ ਪ੍ਰਲੋਕ ਦੇ ਸਹਾਈ ਬਣ ਜਾਂਦੇ ਹੈ। ਇਸੇ ਕਰਕੇ ਗੁਰੂ ਪਾਤਸ਼ਾਹ ਜੀ ਪ੍ਰਮਾਣ ਕਰਦੇ ਨੇ, ਕਹਿੰਦੇ ਕੱਚੜਿਆਂ ਸੋਂ ਤੋੜ ਢੂੰਡ ਸੱਜਣ ਸੰਤ ਪੱਕਿਆਂ। ਕਹਿੰਦੇ ਜਿਹੜੇ ਪੱਕੇ ਨੇ ਰੱਬ ਦੇ ਪਿਆਰੇ, ਉਹਨਾਂ ਦੇ ਨਾਲ ਇੱਥੇ ਗੁਰੂ ਪਾਤਸ਼ਾਹ ਪ੍ਰਮਾਣ ਕਰਦੇ ਨੇ, ਬੜ ਭਾਗੀ ਕਹਿੰਦੇ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ, ਤਿੰਨ ਕੀ ਧੂਰ ਨਾਨਕ ਦਾਸ ਵਾਛੈ। ਫਿਰ ਜਦੋਂ ਦੁਰਮਤ ਦੂਰ ਹੋ ਜਾਂਦੀ ਹੈ, ਖੋਟਾਪਨ ਦੂਰ ਹੋ ਜਾਂਦਾ ਹੈ, ਗੁਰਮਤ ਆ ਜਾਂਦੀ ਹੈ, ਫਿਰ ਗੁਰਮਤ ਵਾਲੇ ਮਾੜਾ ਕੰਮ ਥੋੜਾ ਕਰਨਗੇ ਭਾਈ, ਕਿਸੇ ਨਿੰਦਿਆ ਚੁਗਲੀ ਥੋੜਾ ਕਰਨਗੇ। ਉਹ ਤਾਂ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਕਹਿੰਦੇ ਆਏ ਪਰੋ ਲੈਂਦੇ ਐ, ਜਿਵੇਂ ਕਹਿੰਦੇ ਤਾਗੇ ਵਿੱਚ ਕਹਿੰਦੇ ਮਹਾਲਾ ਦੇ ਮਣਕੇ ਪਰੋਏ ਹੁੰਦੇ ਐ। ਫਿਰ ਐਸੇ ਕਹਿੰਦੇ ਜੀਵਾਂ ਦੇ ਗੁਰੂ ਪਾਤਸ਼ਾਹ ਜੀ ਕਹਿੰਦੇ ਸਾਨੂੰ ਧੂੜ ਮਿਲ ਜਾਵੇ, ਧੂੜ ਮਿਲ ਜਾਵੇ। ਜਿਹੜੀ ਕਹਿੰਦੇ ਮੱਤ ਹੈ, ਚਾਰ ਪ੍ਰਕਾਰ ਦੀ ਮੱਤ ਮੰਨੀ ਗਈ ਹੈ। ਇੱਕ ਮਨ ਮੱਤ, ਇੱਕ ਅਨਮੱਤ, ਇੱਕ ਦੁਰਮੱਤ, ਇਹ ਗੁਰਮੱਤ ਹੈ। ਜਿਹੜੀ ਮਨ ਮੱਤ ਹੈ, ਜੇ ਮਨ ਦੇ ਵਿੱਚ ਆਪਾਂ ਨੂੰ ਖਿਆਲ ਆਏ, ਮਨ ਕਹਿੰਦਾ ਆਏ ਕਰ ਲੈ, ਮਨ ਕਹਿੰਦਾ ਉਹ ਕਰ ਲੈ, ਮਨ ਦੇ ਮਗਰ ਲੱਗਿਆ ਨੂੰ ਕਹਿੰਦੇ ਮਨਮਤੀ ਹੈ, ਇਹ ਆਪਣੇ ਮਗਰ ਦੇ ਮਨ ਦੇ ਮਗਰ ਚੱਲਦਾ ਹੈ। ਇੱਕ ਹੁੰਦਾ ਹੈ ਦੁਰਮਤ, ਮਤੋਂ ਕਿ ਆਪਣੀ ਮੱਤ ਤੇ ਇੰਨਾ ਵਿਸ਼ਵਾਸ ਨਹੀਂ ਹੈ, ਦੂਜੇ ਕਹੇ ਕਹਾਏ ਉੱਥੇ ਚਲਾ ਜਾ ਭਾਈ, ਆਹ ਕਰ ਲੈ ਤੂੰ, ਆਹ ਕਰ ਲੈ, ਉਹਦੇ ਕਹੇ ਕਹਾਏ, ਦੂਜੇ ਦੇ ਕਹੇ ਕਹਾਏ ਚੱਲਦਾ ਹੈ। ਉਹਨੂੰ ਕਹਿੰਦੇ ਅਨਮਤੀ, ਆਪਣੀ ਮੱਤ ਤੋਂ ਕੰਮ ਨਹੀਂ ਲੈਂਦਾ, ਇਹ ਆਪਣੀ ਮੱਤ ਤੋਂ ਕੰਮ ਨਹੀਂ ਲੈਂਦਾ, ਦੂਜੇ ਦੇ ਨਿਰਭਰ ਹੈ, ਉਹਨੂੰ ਕਹਿੰਦੇ ਹੈ ਦੁਰਮਤ। ਅਨਮਤ ਜਿਹੜੀ ਦੁਰਮਤ ਹੈ, ਉਹ ਗੁਰੂ ਪਾਤਸ਼ਾਹ ਜੀ ਕਹਿੰਦੇ ਕੁਸਾਕਤ, ਜੋ ਸਾਰਾ ਦਿਨ ਮਾਨੋ ਕਿ ਚੁਗਲੀ ਨਿੰਦਿਆ ਕਰਨੀ ਉਹਨਾਂ ਨੇ, ਬਸ ਹੋਰ ਕੰਮ ਹੀ ਨਹੀਂ ਉਹਨਾਂ ਦਾ ਕੋਈ। ਇਹ ਤਿੰਨ ਮੱਤਾਂ ਨੇ ਡੋਬਣ ਵਾਲਿਆਂ ਜੀਵ ਨੂੰ। ਆ ਜਿਹੜੀ ਗੁਰੂ ਦੇ ਚਰਨਾਂ ਦੇ ਵਿੱਚ ਆਪਾਂ ਨੂੰ ਸਿੱਖਿਆ ਮਿਲਣੀ ਹੈ ਨਾ, ਗੁਰੂ ਦੇ ਆਪਾਂ ਨੂੰ ਚਰਨਾਂ ਵਿੱਚ ਸਿੱਖਿਆ ਮਿਲਣੀ ਹੈ। ਪਾਤਸ਼ਾਹ ਜੀ ਕਹਿੰਦੇ ਮੇਰੇ ਮਾਧੋ ਜੀ ਸਤ ਸੰਗਤ ਗੁਰ ਪ੍ਰਸਾਦ ਪਰਮ ਪਦ ਪਾਇਆ, ਸੁਕੇ ਕਾਸਟ ਹਰਿਆ। ਮਹਾਰਾਜ ਕਹਿੰਦੇ ਜਿਹੜਾ ਮਾਨੋ ਕਿ ਸੰਗਤ ਵਿੱਚ ਮਿਲਦਾ ਹੈ, ਉਹਨੂੰ ਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਸੰਗਤ ਤਾਰ ਦਿੰਦੀ ਹੈ। ਜਿਹੜੀ ਕੋ ਸੰਗਤ ਹੈ ਉਹ ਡੋਬ ਦਿੰਦੀ ਹੈ। ਜਿਵੇਂ ਭਗਤ ਕਬੀਰ ਜੀ ਫਰਮਾਨ ਕਰਦੇ, ਕਬੀਰ ਸੰਗਤ ਕਰੀਐ ਸਾਧ ਕੀ ਅੰਤ ਕਰੇ ਨਿਰਵਾਹੋ, ਸਾਖਤ ਸੰਗ ਨਾ ਜਾਈਐ ਜਾਤੇ ਹੋਏ ਬਿਨਾਹੋ। ਵੀ ਮਾਨੋ ਕਿ ਮਾੜਿਆਂ ਦੀ ਸੰਗਤ ਨਹੀਂ ਕਰਨੀ, ਜੇ ਕਰਨੀ ਹੈ ਤਾਂ ਚੰਗੇ ਬੰਦਿਆਂ ਦੀ ਸੰਗਤ ਕਰਨੀ ਹੈ, ਰੱਬ ਦੇ ਪਿਆਰਿਆਂ ਦੀ ਸੰਗਤ ਕਰਨੀ ਹੈ। ਜਿਹੜੇ ਕਹਿੰਦੇ ਮਾਨੋ ਕਿ ਆਦ ਤੋਂ ਲੈ ਕੇ ਅੰਤ ਤੱਕ, ਆਹ ਦੁਨੀਆ ਤੋਂ ਲੈ ਕੇ ਪ੍ਰਲੋਕ ਤੱਕ ਉਹ ਸਹਾਈ ਹੁੰਦੇ ਹੈ। ਜਿਹੜੇ ਮਾੜੇ ਬੰਦਿਆਂ ਦੀ ਕੋਈ ਸੰਗਤ ਹੁੰਦੀ ਹੈ, ਮਾੜੇ ਬੰਦਿਆਂ ਦਾ ਮੇਲ ਜੋਲ ਹੈ ਭਾਈ, ਉਹ ਤੇਰੇ ਸਰੀਰ ਦਾ, ਤੇਰੇ ਜੀਵਨ ਦਾ ਸਤਿਆਨਾਸ਼ ਕਰ ਦੇਣ, ਤੇਰੇ ਘਰ ਦਾ ਹੀ ਉਹਨੇ ਭਾਵੇਂ ਕਿ ਪੱਠਾ ਗੁੱਲ ਕਰ ਦੇਣਾ।
ਇਸ ਕਰਕੇ ਗੁਰੂ ਪਾਤਸ਼ਾਹ ਜੀ ਪ੍ਰਮਾਣ ਕਰਦੇ ਨੇ, ਤੈਨੂੰ ਡੋਬ ਦੁਖ ਸੰਗ ਮਨਾ ਮੇਰਿਆ, ਸਾਧ ਸੰਗ ਤਾਰ ਦਿਓਗਾ। ਡੋਬ ਦੁਖ ਸੰਗ ਮਨਾ ਮੇਰਿਆ, ਸਾਧ ਸੰਗ ਤਾਰ ਦਿਓਗਾ। ਡੋਬ ਦੁਖ ਸੰਗ ਮਨਾ ਮੇਰਿਆ, ਸਾਧ ਸੰਗ ਤਾਰ ਦੇਊਗਾ। ਡੋਬ ਦੁਖ ਸੰਗ ਮਨਾ ਮੇਰਿਆ, ਸਾਧ ਸੰਗ ਤਾਰ ਦੇਊਗਾ। ਡੋਬ ਦੁਖ ਸੰਗ ਮਨਾ ਮੇਰਿਆ, ਸਾਧ ਸੰਗ ਤਾਰ ਦਿਓਗਾ। ਡੋਬ ਦੁਖ ਸੰਗ ਮਨਾ ਮੇਰਿਆ, ਸਾਧ ਸੰਗ ਤਾਰ ਦਿਓਗਾ। ਡੋਬ ਦੁਖ ਸੰਗ ਮਨਾ ਮੇਰਿਆ, ਸਾਧ ਸੰਗ ਤਾਰ ਦੇਊਗਾ। ਡੋਬ ਦੁਖ ਸੰਗ ਮਨਾ ਮੇਰਿਆ, ਸਾਧ ਸੰਗ ਤਾਰ ਦੇਊਗਾ। ਸਾਧ ਸੰਗ ਜੀ ਤਾਰ ਦਿਓਗਾ। ਸਾਧ ਸੰਗ ਜੀ ਤੈਨੂੰ ਤਾਰ ਦਿਓਗਾ। ਸਾਧ ਸੰਗ ਜੀ ਤਾਰ ਦੇਊਗਾ। ਉਹ ਸਾਧ ਸੰਗ ਜੀ ਨੂੰ ਤਾਰ ਦੇਊਗਾ। ਸਾਧ ਸੰਗ ਜੀ ਤਾਰ ਦਿਓਗਾ। ਸਾਧ ਸੰਗ ਜੀ ਤੈਨੂੰ ਤਾਰ ਦਿਓਗਾ। ਉਹ ਸਾਧ ਸੰਗ ਜੀ ਤੈਨੂੰ ਤਾਰ ਦੇਊਗਾ। ਉਹ ਸਾਧ ਸੰਗ ਜੀ ਨੂੰ ਤਾਰ ਦੇਊਗਾ। ਡੋਬ ਦੁਖ ਸੰਗ ਮਨਾ ਮੇਰਿਆ, ਸੰਗ ਮਨਾ ਮੇਰਿਆ, ਸਾਧ ਸੰਗ ਤਾਰ ਦਿਓਗਾ। ਤੈਨੂੰ ਡੋਬ ਦੁਖ ਸੰਗ ਮਨਾ ਮੇਰਿਆ, ਸਾਧ ਸੰਗ ਤਾਰ ਦਿਓਗਾ। ਡੋਬ ਦੁਖ ਸੰਗ ਮਨਾ ਮੇਰਿਆ, ਸਾਧ ਸੰਗ ਤਾਰ ਦੇਊਗਾ। ਡੋਬ ਦੁਖ ਸੰਗ ਮਨਾ ਮੇਰਿਆ, ਸਾਧ ਸੰਗ ਤਾਰ ਦੇਊਗਾ। ਜੀ ਫਰਮਾਨ ਕਰਦੇ, ਕਹਿੰਦੇ ਭਾਈ ਸੰਗਤ ਕਰਨੀ ਹੈ ਰੱਬ ਦੇ ਪਿਆਰਿਆਂ ਦੀ। ਅੱਜ ਦਾ ਜਿਹੜਾ ਦਿਨ ਆ ਦੇਖ ਲਓ ਜੀ, ਉਹਨਾਂ ਨੂੰ ਸਨਕ ਸਨੰਦਨ ਸਨੰਤਨ ਕੁਮਾਰ ਹੋਰਾਂ ਦਾ ਮਿਲਾਪ ਹੋ ਗਿਆ। ਬਾਬਾ ਮਾਲਵਿਕ ਜੀਆਂ ਨੂੰ ਪਹਿਲਾਂ ਉਹਨਾਂ ਦਾ ਜਿਹੜਾ ਕੀਤਾ ਹੋਰ ਸੀਗਾ, ਮਾਨੋ ਕਿ ਧਾੜਵੀਆਂ ਕਰਨੀਆਂ। ਹੁਣ ਉਹ ਰਾਹ ਦੇ ਸਾਰੇ ਸਾਧੂ ਮਹਾਤਮਾ
ਲੰਘੇ ਜਾਂਦੇ ਸੀਗੇ। ਹੁਣ ਇਹਦਾ ਸੁਭਾਅ ਸੀ ਜਿਹੜਾ ਇਹਨੇ ਘੇਰ ਲਏ, ਘੇਰ ਕੇ ਕਹਿੰਦਾ ਵੀ ਜੋ ਤੁਹਾਡੇ ਕੋਲ ਕੁਛ ਹੈ ਉਹ ਇੱਥੇ ਰੱਖ ਦਿਓ, ਜੇ ਨਹੀਂ ਐਸਾ ਕਰੋਗੇ ਤਾਂ ਮੇਰੇ ਕੋਲ ਕਹਾੜਾ ਦੇਖ ਲਓ, ਇਹਦੇ ਨਾਲ ਮੈਂ ਤੁਹਾਡਾ ਮੰਨੋ ਕਿ ਮੌਤ ਕਰ ਦੇਣੀ, ਖਤਮ ਕਰ ਦੇਣਾ ਤੁਹਾਨੂੰ। ਉਹ ਮਹਾਤਮਾ ਕਹਿਣ ਲੱਗੇ ਭਾਈ ਸਾਡੇ ਕੋਲ ਕੋਈ ਐਸੀ ਚੀਜ਼ ਤਾਂ ਹੈ ਨਹੀਂ ਗੀ, ਨਾ ਕੋਈ ਮਾਇਆ ਨਾ ਕੋਈ ਧਨ ਪਦਾਰਥ ਹੈ, ਸਾਡੇ ਕੋਲ ਤਾਂ ਤਨ ਦੇ ਕੱਪੜੇ ਹੈ, ਜੇ ਤੂੰ ਕਹਿਣਾ ਇਹ ਵੀ ਲਾ ਦਿੰਦੇ ਆ। ਫਿਰ ਉਹਨੇ ਪੁੱਛਿਆ ਸੀ ਉਹਨਾਂ ਨੂੰ, ਕਹਿੰਦੇ ਭਾਈ ਤੂੰ ਇਹ ਕੀਤਾ ਕਿਉਂ ਕਰਦਾ, ਇਹ ਕੀਤਾ ਬੜਾ ਮਾੜਾ ਹੈ। ਮੰਨੋ ਕਿ ਇੱਕ ਸੰਗਤ ਦੀ ਗੱਲ ਕਰਦੇ ਆ ਵੀ ਸੰਗਤ ਨੇ ਕਿੰਨਿਆਂ ਦੇ ਜੀਵਨ ਬਦਲੇ ਹੈ। ਸੰਗਤ ਵਿੱਚ ਜੋ ਵੀ ਆਉਂਦਾ, ਬਾਬਾ ਬਿਧੀ ਚੰਦ ਦਾ ਜੀਵਨ ਪੜ੍ਹ ਕੇ ਦੇਖਿਓ ਕਦੇ। ਜਦੋਂ ਉਹਨਾਂ ਨੂੰ ਬਾਬਾ ਆਤਲੀ ਜੀ ਦੀ ਸੰਗਤ ਹੋਈ ਸੀ, ਮੱਝਾਂ ਖੋਲ ਕੇ ਲੈ ਕੇ ਆਏ ਸੀਗੇ, ਮੱਝਾਂ ਚੋਰੀ ਕਰਕੇ ਆਏ ਸੀਗੇ, ਉਹਨਾਂ ਦੇ ਪਿੱਛੇ ਪਿੰਡ ਦੇ ਲੋਕ ਲੱਗੇ ਹੋਏ ਸੀਗੇ, ਪੈੜ ਫੜ ਲਈ। ਜੋ ਦੇਖਿਆ ਵੀ ਹੁਣ ਮੇਰਾ ਬਚਾਅ ਨਹੀਂ, ਇੱਕ ਟੋਭੇ ਦੇ ਕੰਢੇ ਇਹਨਾਂ ਦੀ ਕੁੱਲੀ ਪਾਈ ਹੋਈ ਸੀਗੀ, ਉੱਥੇ ਜਾ ਕੇ ਬੇਨਤੀ ਕੀਤੀ, ਮਹਾਂਪੁਰਖੋ ਅੱਜ ਬਚਾ ਲਓ, ਅੱਜ ਦੀ ਤੋਬਾ ਹੈ ਮੇਰੀ, ਮੁੜ ਕੇ ਮੈਂ ਐਸਾ ਕੋਈ ਕੰਮ ਨਹੀਂ ਕਰਾਂਗਾ। ਮਹਾਂਪੁਰਖ ਕਹਿੰਦੇ ਦੇਖ ਲੈ, ਜਦੋਂ ਉਹਨੇ ਬੇਨਤੀਆਂ ਕੀਤੀਆਂ, ਸਤਿਪੁਰਖ ਹੁੰਦੇ ਨੇ ਜਿਹੜੇ ਦਿਆਲੂ ਕਿਰਪਾਲੂ ਹੁੰਦੇ ਨੇ, ਉਹਨਾਂ ਨੇ ਕਹਿ ਦਿੱਤਾ ਇੱਥੇ ਬਹਿ ਜਾ, ਚੱਕ ਮਾਲਾ, ਰੱਬ ਦਾ ਨਾਮ ਜਪ ਲੈ। ਉਸ ਵੇਲੇ ਦੇਖੋ ਫਿਰ ਜਦੋਂ ਉਹ ਬਚ ਗਿਆ ਨਾ, ਫਿਰ ਐਡੀ ਪਰਮੇਸ਼ਰ ਦੀ ਕਿਰਪਾ ਹੋਈ, ਐਸਾ ਜੀਵਨ ਬਦਲਿਆ। ਬਿਧੀ ਚੰਦ ਦੀ ਕਿੰਨੀ ਮਾਂ ਭਾਵ ਕਿ ਆਪਣੇ ਸਿੱਖ ਇਤਿਹਾਸ ਦੇ ਵਿੱਚ, ਕੌਮ ਦੇ ਵਿੱਚ ਕਿੱਡੀ ਉਪਮਾ ਉਹਨਾਂ ਦੀ। ਗੁਰੂ ਛੇਵੇਂ ਪਾਤਸ਼ਾਹ ਨੇ ਕਹਿ ਦਿੱਤਾ ਸੀ, ਕਹਿੰਦੇ ਸਾਡਾ ਸੀਨਾ ਪਸੀਨਾ ਹੈ, ਇਹ ਸੰਗਤ ਦੀ ਕਰਾਮਾਤ ਹੈ, ਇਹ ਸੰਗਤ ਦੀ ਕਰਾਮਾਤ ਹੈ। ਉਸ ਵੇਲੇ ਪਾਤਸ਼ਾਹ ਕਹਿੰਦੇ ਜਿੱਥੇ ਮੈਂ ਉੱਥੇ ਬਿਧੀ ਚੰਦ, ਜਿੱਥੇ ਬਿਧੀ ਚੰਦ ਉੱਥੇ ਮੈਂ। ਮਾਨੋ ਕਿ ਸਾਡੇ ਵਿੱਚ ਕੋਈ ਫਰਕ ਨਹੀਂ ਹੈ, ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੈ। ਇਹ ਜਿਹੜੀ ਚੰਗੀ ਸੰਗਤ ਹੈ ਉਹਦਾ ਗੁਰੂ ਪਾਤਸ਼ਾਹ ਜੀ ਕਹਿੰਦੇ ਫਲ ਵੀ ਚੰਗਾ ਹੀ ਹੈ, ਉਹਦਾ ਰਸ ਵੀ ਆਨੰਦ ਹੀ ਹੋਰ ਆ। ਜੇ ਚੰਗੇ ਸੰਗਤ ਵਿੱਚ ਬਹਿ ਕੇ ਚੰਗੇ ਰਸ ਵਿੱਚ ਚੱਲ ਪਏ, ਫਿਰ ਗੁਰੂ ਪਾਤਸ਼ਾਹ ਜੀ ਪ੍ਰਮਾਣ ਕਰਦੇ। ਦੇਖ ਲਓ ਗੁਰੂ ਪਾਤਸ਼ਾਹ ਨੇ ਕਹਿ ਦਿੱਤਾ, ਉਹ ਤਾਂ ਹਰਿ ਵਰਗੇ ਨੇ ਜਿਨ੍ਹਾਂ ਨੂੰ ਬਿਸਰੇ ਨਾ ਨਾਮ ਪਿਆਰਾ, ਹਰ ਜੀ ਵਰਗੇ ਨੇ ਜਿਨ੍ਹਾਂ ਨੂੰ ਬਿਸਰੇ ਨਾ ਨਾਮ ਪਿਆਰਾ, ਹਰ ਜੀ ਵਰਗੇ ਨੇ ਜਿਨ੍ਹਾਂ ਨੂੰ ਬਿਸਰੇ ਨਾ ਰਾਮ ਪਿਆਰਾ। ਉਹ ਤਾਂ ਹਰ ਜੀ ਵਰਗੇ ਨੇ ਜਿਨ੍ਹਾਂ ਨੂੰ ਬਿਸਰੇ ਨਾ ਨਾਮ ਪਿਆਰਾ। ਹਰ ਜੀ ਵਰਗੇ ਨੇ ਜਿਨ੍ਹਾਂ ਨੂੰ ਬਿਸਰੇ ਨਾ ਨਾਮ ਪਿਆਰਾ, ਹਰ ਜੀ ਵਰਗੇ ਨੇ ਜਿਨ੍ਹਾਂ ਨੂੰ ਬਿਸਰੇ ਨਾ ਨਾਮ ਪਿਆਰਾ, ਹਰ ਜੀ ਵਰਗੇ ਨੇ ਜਿਨ੍ਹਾਂ ਨੂੰ ਬਿਸਰੇ ਨਾ ਨਾਮ ਪਿਆਰਾ। ਹਰ ਜੀ ਵਰਗੇ ਨੇ ਜਿਨ੍ਹਾਂ ਨੂੰ ਬਿਸਰੇ ਨਾ ਨਾਮ ਪਿਆਰਾ। ਬਿਸਰੇ ਨਾ ਨਾਮ ਪਿਆਰਾ, ਬਿਸਰੇ ਨਾ ਨਾਮ ਪਿਆਰਾ।
ਵਿਸਰੇ ਨਾ ਨਾਮ ਪਿਆਰਾ, ਜਿਨ੍ਹਾਂ ਨੂੰ ਵਿਸਰੇ ਨਾ ਨਾਮ ਪਿਆਰਾ। ਵਿਸਰੇ ਨਾ ਨਾਮ ਪਿਆਰਾ, ਵਿਸਰੇ ਨਾ ਨਾਮ ਪਿਆਰਾ, ਨੂੰ ਵਿਸਰੇ ਨਾ ਨਾਮ ਪਿਆਰਾ, ਵਿਸਰੇ ਨਾ ਨਾਮ ਪਿਆਰਾ। ਵਿਸਰੇ ਨਾ ਨਾਮ ਪਿਆਰਾ, ਵਿਸਰੇ ਨਾ ਨਾਮ ਪਿਆਰਾ, ਵਿਸਰੇ ਨਾ ਨਾਮ ਪਿਆਰਾ, ਜਿਨ੍ਹਾਂ ਨੂੰ ਵਿਸਰੇ ਨਾ ਨਾਮ ਪਿਆਰਾ। ਵਿਸਰੇ ਨਾ ਨਾਮ ਪਿਆਰਾ, ਵਿਸਰੇ ਨਾ ਨਾਮ ਪਿਆਰਾ, ਵਿਸਰੇ ਨਾ ਨਾਮ ਪਿਆਰਾ, ਜਿਨ੍ਹਾਂ ਨੂੰ ਵਿਸਰੇ ਨਾ ਨਾਮ ਪਿਆਰਾ। ਵਿਸਰੇ ਨਾ ਨਾਮ ਪਿਆਰਾ। ਹਰ ਜੀ ਵਰਗੇ ਨੇ ਜਿਨ੍ਹਾਂ ਨੂੰ ਵਿਸਰੇ ਨਾ ਨਾਮ ਪਿਆਰਾ। ਹਰ ਜੀ ਵਰਗੇ ਨੇ ਜਿਨ੍ਹਾਂ ਨੂੰ ਵਿਸਰੇ ਨਾ ਨਾਮ ਪਿਆਰਾ। ਹਰ ਜੀ ਵਰਗੇ ਨੇ ਜਿਨ੍ਹਾਂ ਨੂੰ ਵਿਸਰੇ ਨਾ ਨਾਮ ਪਿਆਰਾ। ਹਰ ਜੀ ਵਰਗੇ ਨੇ ਜਿਨ੍ਹਾਂ ਨੂੰ ਵਿਸਰੇ ਨਾ ਨਾਮ ਪਿਆਰਾ। ਵਿਸਰੇ ਨਾ ਨਾਮ ਪਿਆਰਾ। ਇਸ ਕਰਕੇ ਦੇਖੋ ਜੀ, ਉਹਨਾਂ ਨੇ ਪਰਮੇਸ਼ਰ ਦੀ ਪਿਆਰਿਆਂ ਦੀ ਸੰਗਤ ਕੀਤੀ, ਐਡੀ ਕਿਰਪਾ ਹੋ ਗਈ, ਵਿਧੀ ਚੰਦ ਗੁਰੂ ਦੇ ਸੀਨਾ ਬਸੀਨਾ ਬਣ ਗਏ ਸੀ। ਜੇ ਬਾਬਾ ਨਾਰ ਸਿੰਘ ਜੀ ਨੇ ਬਾਬਾ ਕਿਰਪਾਲ ਸੰਗਤ ਕੀਤੀ, ਇੱਕ ਪੱਗ ਘੁਮਾ ਦਿੱਤੀ ਬਾਬਿਆਂ ਦੀ, ਕਹਿੰਦੇ ਬਾਬਿਆਂ ਨੇ ਬਾਬਾ ਨਾਰ ਸਿੰਘ ਪੱਗ ਘੁਮਾ ਦਿੱਤੀ, ਲੈ ਕਹਿੰਦੇ ਭਾਈ ਹੁਣ ਤੈਨੂੰ ਕੋਈ ਨਹੀਂ ਸਿਆਣੇਗਾ, ਕੋਈ ਨਹੀਂ ਸਿਆਣੇਗਾ। ਹੁਣ ਅੱਜ ਜਿਹੜਾ ਵਾਲਮੀਕ ਹੈ, ਇਹਦਾ ਵੀ ਰਾਹ ਇਹੀ, ਘੇਰੀ ਖੜਾ ਰੱਬ ਦੇ ਪਿਆਰਿਆਂ ਨੂੰ ਲਾ ਦੋ ਵੀ ਇੱਥੇ ਜੋ ਕੁਛ ਹੈ। ਕਦੇ ਪੁੱਛਦੇ ਨੇ ਆਹ ਕੀਤਾ ਤੇ ਕਿਉਂ ਅਪਣਾਇਆ ਭਾਈ, ਕੋਈ ਹੋਰ ਤੈਨੂੰ ਕਾਰ ਨਹੀਂ ਮਿਲੀ, ਤੈਨੂੰ ਕਿਉਂ ਮਾੜੇ ਕਰਮ ਕਰਦਾ ਹੈ, ਕਿਹਦੇ ਵਾਸਤੇ ਕਰਦਾ ਹੈ? ਕਹਿੰਦੇ ਆਪਣੇ ਪਰਿਵਾਰ ਵਾਸਤੇ। ਫਿਰ ਪੁੱਛਿਆ ਜਿਹਨਾਂ ਵਾਸਤੇ ਤੂੰ ਕਰਦਾ ਹੈ ਉਹ ਤੇਰਾ ਸਾਥ ਦੇਣਗੇ? ਉਸ ਵੇਲੇ ਉਹ ਕਹਿੰਦੇ ਗੱਲਾਂ ਬਹੁਤੀਆਂ ਨਾ ਕਰੋ, ਇੰਨਾ ਮੇਰੇ ਕੋਲ ਸਮਾਂ ਨਹੀਂ ਹੈ, ਜੋ ਤੁਹਾਡੇ ਕੋਲ ਹੈ। ਆਪਦੇ ਪਰਿਵਾਰ ਕੋਲ ਗਿਆ ਸੀਗਾ, ਉਹ ਸਾਰਿਆਂ ਨੂੰ ਪੁੱਛਿਆ, ਆਪਣੇ ਬੱਚਿਆਂ ਨੂੰ ਸਾਰਿਆਂ ਨੇ ਸਿਰ ਫੇਰ ਦਿੱਤਾ, ਕਹਿੰਦੇ ਤੇਰਾ ਫਰਜ਼ ਹੈ, ਤੇਰੇ ਅਸੀਂ ਬੱਚੇ ਅਸੀਂ ਤਾਂ ਅਸੀਂ ਕਿਹੜਾ ਤੈਨੂੰ ਕਹਿੰਦੇ ਚੋਰੀ ਕਰਕੇ ਲੈ ਕੇ ਆ, ਸਾਡਾ ਤੈਨੂੰ ਕੋਈ ਕਹਿਣਾ ਨਹੀਂਗਾ, ਸਾਨੂੰ ਤਾਂ ਖਾਣ ਨੂੰ ਚਾਹੀਦਾ, ਕੁਛ ਮਰਜ਼ੀ ਕਰ, ਭਾਵੇਂ ਕਿਰਤ ਕਰ, ਜੋ ਮਰਜ਼ੀ ਕਰ। ਘਰ ਵਾਲੀ ਨੂੰ ਉਹਨੇ ਵੀ ਕਹਿ ਦਿੱਤਾ ਮੈਂ ਤੇਰੇ ਲੜ ਲੱਗੀ ਹਾਂ ਜੀ, ਤੇਰਾ ਫਰਜ਼ ਹੈ। ਮਾਤਾ ਪਿਤਾ ਨੇ ਕਹਿ ਦਿੱਤਾ ਨਾ ਨਾ ਅਸੀਂ ਨਹੀਂ ਬਣਦੇ। ਉਸੇ ਵੇਲੇ ਜਿਵੇਂ ਗੁਰੂ ਮਹਾਰਾਜ ਫਰਮਾਨ ਕਰਦੇ, ਪ੍ਰੀਤਮ ਜਾਣ ਲਿਓ ਮਨ ਮਾਹੀ, ਆਪਣੇ ਸੁਖ ਸੇ ਸਭ ਜਗ ਫਾਂਦਿਓ, ਕੋ ਕਾਹੂ ਕੋ ਨਾਹੀ, ਸੁਖ में आन बहुत मिल बैठत, रहत चौं दिस केरै, विपत परी सब संग छाड़त, को न आवत डेरै, घर की नार बहुत इत साचियों, रहत सदा संग लागी, जब ही हंस दिए तकाया, ਪ੍ਰੇਤ ਪ੍ਰੇਤ ਕਰ ਭਾਗੀ। ਇੱਥੇ ਕੋਈ ਕਿਸੇ ਦਾ ਨਹੀਂਗਾ, ਇਹ ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਤਾਂ ਸੁੱਖਾਂ ਦੇ ਸੰਗੀ ਨੇ ਬੰਦਿਆ ਤੇਰੇ, ਦੁੱਖਾਂ ਵਿੱਚ ਕੋਈ ਨਾ ਬਣੇ, ਸੁੱਖ
ਸੁੱਖਾਂ ਦੇ ਸੰਗੀ ਨੇ ਤੇਰੇ ਦੁੱਖਾਂ ਵਿੱਚ ਕੋਈ ਨਾ ਬਣੇ। ਸੁੱਖਾਂ ਦੇ ਸੰਗੀ ਨੇ ਤੇਰੇ ਦੁੱਖਾਂ ਵਿੱਚ ਕੋਈ ਨਾ ਬਣੇ। ਤਾਂ ਸੁੱਖਾਂ ਦੇ ਸੰਗੀ ਨੇ ਤੇਰੇ ਦੁੱਖਾਂ ਵਿੱਚ ਕੋਈ ਨਾ ਬਣੇ। ਸੁੱਖਾਂ ਦੇ ਸੰਗੀ ਨੇ ਤੇਰੇ ਦੁੱਖਾਂ ਵਿੱਚ ਕੋਈ ਨਾ ਬਣੇ। ਸੁੱਖਾਂ ਦੇ ਸੰਗੀ ਨੇ ਸਾਰੇ ਦੁੱਖਾਂ ਵਿੱਚ ਕੋਈ ਨਾ ਬਣੇ। ਸੁੱਖਾਂ ਦੇ ਸੰਗੀ ਨੇ ਸਾਰੇ ਦੁੱਖਾਂ ਵਿੱਚ ਕੋਈ ਨਾ ਬਣੇ। ਤਾਂ ਸੁੱਖਾਂ ਦੇ ਸੰਗੀ ਨੇ ਸਾਰੇ ਦੁੱਖਾਂ ਵਿੱਚ ਕੋਈ ਨਾ ਬਣੇ। ਸੁੱਖਾਂ ਵਿੱਚ ਜੀ ਕੋਈ ਨਾ ਬਣੇ। ਦੁੱਖਾਂ ਵਿੱਚ ਜੀ ਤੇਰਾ ਕੋਈ ਨਾ ਬਣੇ। ਦੁੱਖਾਂ ਵਿੱਚ ਜੀ ਕੋਈ ਨਾ ਬਣੇ। ਉਹ ਦੁੱਖਾਂ ਵਿੱਚ ਜੀ ਤੇਰਾ ਕੋਈ ਨਾ ਬਣੇ। ਦੁੱਖਾਂ ਵਿੱਚ ਜੀ ਕੋਈ ਨਾ ਬਣੇ। ਵਾਹਿਗੁਰੂ। ਦੁੱਖਾਂ ਵਿੱਚ ਜੀ ਕੋਈ ਨਾ ਬਣੇ। ਦੁੱਖਾਂ ਵਿੱਚ ਜੀ ਕੋਈ ਨਾ ਬਣੇ। ਉਹ ਦੁੱਖਾਂ ਵਿੱਚ ਜੀ ਤੇਰਾ ਕੋਈ ਨਾ ਬਣੇ। ਸੁੱਖਾਂ ਦੇ ਸੰਗੀ ਨੇ ਸਾਰੇ ਸੁੱਖਾਂ ਦੇ ਸੰਗੀ ਸਾਰੇ ਦੁੱਖਾਂ ਵਿੱਚ ਕੋਈ ਨਾ ਬਣੇ। ਸੁੱਖਾਂ ਦੇ ਸੰਗੀ ਨੇ ਵਈ ਸਾਰੇ ਦੁੱਖਾਂ ਵਿੱਚ ਕੋਈ ਨਾ ਬਣੇ। ਸੁੱਖਾਂ ਦੇ ਸੰਗੀ ਨੇ ਸਾਰੇ ਦੁੱਖਾਂ ਵਿੱਚ ਕੋਈ ਨਾ ਬਣੇ। ਤਾਂ ਸੁੱਖਾਂ ਦੇ ਸੰਗੀ ਨੇ ਸਾਰੇ ਦੁੱਖਾਂ ਵਿੱਚ ਕੋਈ ਨਾ ਬਣੇ। ਇਸ ਕਰਕੇ ਇਹ ਤਾਂ ਸਾਰੇ ਸੁੱਖਾਂ ਦੇ ਹੀ ਸਾਥੀ ਨੇ। ਪਰਿਵਾਰ ਦਾ ਕੋਈ ਦੇਖ ਲਓ, ਜੇ ਬੰਦਾ ਕੋਈ ਢੀਲਾ ਹੋ ਜੇ, ਨਾ ਲੋਟ ਆਵੇ, ਨਾ ਸੈੱਟ ਆਵੇ, ਚਲੋ ਉਹਨੂੰ ਗੁਰਦੁਆਰੇ ਭੇਜ ਦਿੰਦੇ ਆ। ਇਹਨੂੰ ਸਾਡੇ ਨਾਲ ਤਾਂ ਬਣੀ ਹੋਈ ਆ, ਚਲੋ ਬਈ ਬਾਬਿਆਂ ਕੋਲ ਛੱਡੇ ਆਉਣੇ ਆ। ਕੋਈ ਕਿਸੇ ਦਾ ਨਹੀਂ ਹੈ। ਮਾਨੋ ਕਿ ਇੱਥੇ ਤਾਂ ਇੱਕੋ ਇੱਕ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਤੇਰੇ ਸੰਗ ਸਹਾਈ। ਪਰਮੇਸ਼ਰ ਦੇ ਨਾਮ ਨਹੀਂ ਆਪਣੇ ਕੰਮ ਆਉਣਾ। ਇਹਨੂੰ ਆਪਾਂ ਬਣਾ ਆਪਣਾ ਮੰਨਦੀ ਨਹੀਂ। ਆਪਾਂ ਇਹਨੂੰ ਆਪਾਂ ਆਪਣਾ ਮੰਨਦੇ ਨਹੀਂ ਵੀ ਜੇ ਪਰਮੇਸ਼ਰ ਨੇ ਆਪਣੇ ਇਹ ਕੰਮ ਆਉਣਾ, ਵਾਕਈ ਕਿਸੇ ਨੇ ਨਹੀਂ ਆਉਣਾ।
ਇਸ ਕਰਕੇ ਜਿਹੜਾ ਵਾਲਮੀਕ ਹੈ, ਜਦੋਂ ਸਾਰਿਆਂ ਦੇ ਵੱਲੋਂ ਨਿਰਾਸ਼ਤਾ ਹੋਈ, ਮਾਨੋ ਕਿ ਮੂੰਹ ਜਾ ਲਮਕਾ ਕੇ ਮਹਾਤਮਾ ਕੋਲ ਆ ਗਿਆ। ਹੁਣ ਜਿਹੜੇ ਮਹਾਤਮਾ ਨੇ, ਰੱਬ ਦੇ ਪਿਆਰੇ ਨੇ, ਡਿਊਟੀ ਕੀ ਹੈ ਇਹਨਾਂ ਦੀ? ਕਬੀਰ ਸੇਵਾ ਕੋ ਦੋ ਭਲੇ, ਇੱਕ ਸੰਤ ਇੱਕ ਰਾਮ ਰਾਮ ਜੋ ਦਾਤਾ, ਮੁਕਤ ਕੋ ਸੰਤ ਜਪਾਵੈ ਨਾਮ। ਜਿਵੇਂ ਗੁਰੂ ਪਾਤਸ਼ਾਹ ਜੀ ਪ੍ਰਮਾਣ ਕਰਦੇ ਨੇ, ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰਿ ਉਪਕਾਰੀ ਆਏ। ਐਸਾ ਪਰਉਪਕਾਰ ਤਾਂ ਰੱਬ ਦੇ ਪਿਆਰੀ ਕਰਦੇ ਆ ਭਾਈ। ਉਹੀ ਕਹਿੰਦੇ ਆ, ਨਾ ਦੁੱਖ ਸੰਗਤ ਵਿੱਚ ਜਾਇਆ ਕਰ, ਨਾ ਮਾੜੇ ਕਰਮ ਕਰਿਆ ਕਰ, ਕਾਹਨੂੰ ਇੱਧਰ ਨੂੰ ਜਾਣਾ, ਇੱਧਰ ਨੂੰ ਆ ਜਾ। ਬਾਕੀ ਨਹੀਂ ਤੁਹਾਨੂੰ ਮਿਲੂ ਕੋਈ ਇਹੋ ਜਿਹਾ, ਬਾਕੀ ਤਾਂ ਸਾਰੇ ਰੋੜਨ ਵਾਲੇ ਨੇ ਆਪਾਂ ਨੂੰ। ਹੁਣ ਇਹ ਜਿਹੜੇ ਮਹਾਤਮਾ ਨੇ, ਪਰਉਪਕਾਰੀ ਨੇ, ਵਾਲਮੀਕ ਨੂੰ ਕਹਿੰਦੇ, ਨਾ ਭਾਈ ਇਹ ਤੇਰਾ ਜੋ ਕੰਮ ਹੈ ਚੰਗਾ ਨਹੀਂ ਹੈ। ਮਾਨੋ ਕਿ ਗੁਰੂ ਪਾਤਸ਼ਾਹ ਪ੍ਰਮਾਣ ਕਰਦੇ ਨੇ, ਟੁੱਟੀਆਂ ਰੂਹਾਂ ਨੂੰ ਸਾਧੂ ਰੱਬ ਨਾਲ ਜੋੜਦੇ, ਟੁੱਟੀਆਂ ਰੂਹਾਂ ਨੂੰ ਸਾਧੂ ਰੱਬ ਨਾਲ ਜੋੜਦੇ। ਉਹ ਟੁੱਟੀਆਂ ਰੂਹਾਂ ਨੂੰ ਸਾਧੂ ਰੱਬ ਨਾਲ ਜੋੜਦੇ, ਟੁੱਟੀਆਂ ਰੂਹਾਂ ਨੂੰ ਸਾਧੂ ਰੱਬ ਨਾਲ ਜੋੜਦੇ। ਨੂੰ ਸਾਧੂ ਰੱਬ ਨਾਲ ਜੋੜਦੇ, ਟੁੱਟੀਆਂ ਰੂਹਾਂ ਨੂੰ ਸਾਧੂ ਰੱਬ ਨਾਲ ਜੋੜਦੇ, ਟੁੱਟੀਆਂ ਰੂਹਾਂ ਨੂੰ ਸਾਧੂ ਰੱਬ ਨਾਲ ਜੋੜਦੇ। ਟੁੱਟੀਆਂ ਰੂਹਾਂ ਨੂੰ ਸਾਧੂ ਰੱਬ ਨਾਲ ਜੋੜਦੇ, ਟੁੱਟੀਆਂ ਰੂਹਾਂ ਨੂੰ ਸਾਧੂ ਰੱਬ ਨਾਲ ਜੋੜਦੇ। ਰੱਬ ਨਾਲ ਜੋੜਦੇ, ਰੱਬ ਨਾਲ ਜੋੜ, ਰੱਬ ਨਾਲ ਜੋੜਦੇ ਸਾਧੂ ਰੱਬ ਨਾਲ ਜੋੜਦੇ। ਰੱਬ ਨਾਲ ਜੋੜਦੇ, ਰੱਬ ਨਾਲ ਜੋੜਦੇ, ਰੱਬ ਨਾਲ ਜੋੜਦੇ ਸਾਧੂ ਰੱਬ ਨਾਲ ਜੋੜਦੇ। ਰੱਬ ਨਾਲ ਜੋੜਦੇ, ਰੱਬ ਨਾਲ ਜੋੜ, ਰੱਬ ਨਾਲ ਜੋੜਦੇ, ਰੱਬ ਨਾਲ ਜੋੜਦੇ। ਰੱਬ ਨਾਲ ਜੋੜਦੇ, ਰੱਬ ਨਾਲ ਜੋੜਦੇ, ਰੱਬ ਨਾਲ ਜੋੜਦੇ, ਰੱਬ ਨਾਲ ਜੋੜਦੇ। ਟੁੱਟੀਆਂ ਰੂਹਾਂ ਨੂੰ ਸਾਧੂ ਰੱਬ ਨਾਲ ਜੋੜਦੇ, ਟੁੱਟੀਆਂ ਰੂਹਾਂ ਨੂੰ ਸਾਧੂ ਰੱਬ ਨਾਲ ਜੋੜਦੇ। ਟੁੱਟੀਆਂ ਰੂਹਾਂ ਨੂੰ ਸਾਧੂ ਰੱਬ ਨਾਲ ਜੋੜਦੇ, ਟੁੱਟੀਆਂ ਰੂਹਾਂ ਨੂੰ ਸਾਧੂ ਰੱਬ ਨਾਲ ਜੋੜਦੇ। ਇਸ ਕਰਕੇ ਜਿਹੜੇ ਰੱਬ ਦੇ ਪਿਆਰੇ ਨੇ, ਜਨਮ ਮਰਨ ਦੋਹ ਮੈਂ ਨਾਹੀ, ਜਨ ਪਰ ਉਪਕਾਰੀ ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਮਿਲਾਏ। ਅੱਜ ਕਹਿੰਦੇ ਹੁਣ ਹੱਥ ਜੋੜ ਕੇ ਖੜਾ ਸਾਧੂਆਂ ਦੇ ਅੱਗੇ, ਕਹਿਣ ਲੱਗਾ ਜੀ, ਕਹਿੰਦੇ ਕਿਉਂ? ਕਹਿੰਦੇ ਪੁੱਛਿਆ ਆ ਜੀ ਸਾਰਿਆਂ ਨੂੰ,
ਕੋਈ ਤਾਂ ਮੇਰਾ ਹੈ ਹੀ ਨਹੀਂਗਾ, ਇਹ ਤਾਂ ਸਾਰਾ ਦੇਸ਼ ਹੀ ਪਰਾਇਆ ਹੈ। ਕਿਰਪਾ ਕਰ ਦੋ, ਹੁਣ ਮੈਨੂੰ ਆਪਣਾ ਬਣਾ ਲਿਓ ਬਸ। ਹੁਣ ਮੈਨੂੰ ਨਾਮ ਦੀ ਦਾਤ ਦੇ ਦਿਓ। ਹੱਥ ਜੋੜੇ ਨੇ, ਉਹਨਾਂ ਦੇ ਚਰਨ ਹੀ ਪੈਂਦਾ, ਮਿੰਨਤਾਂ ਕਰਦਾ। ਉਹਨਾਂ ਦੀ ਮੇਰੇ ਤੋਂ ਅਵੱਗਿਆ ਹੋ ਗਈ ਤੁਹਾਡੀ, ਮੈਨੂੰ ਨਹੀਂ ਪਤਾ ਸੀਗਾ, ਮੇਰੀ ਅੱਖਾਂ ਖੁੱਲ ਗਈਆਂ। ਉਸ ਵੇਲੇ ਜਿਹੜੇ ਰੱਬ ਦੇ ਪਿਆਰੇ ਨੇ ਨਾ, ਫਿਰ ਗੁਰੂ ਪਾਤਸ਼ਾਹ ਜੀ ਕਹਿੰਦੇ ਰੱਬ ਦੇ ਪਿਆਰੇ ਦਇਆ ਦੇ ਘਰ ਵਿੱਚ ਆਉਂਦੇ ਨੇ, ਕਹਿੰਦੇ ਭਾਈ ਦੇਖ ਹੁਣ ਇਹ ਵੀ ਸੋਚਿਆ ਵੀ ਜਿਹੜਾ ਇਹ ਨਾ ਅਸੂਲ ਨੇ, ਵੀ ਜਿਹੜਾ ਕੋਈ ਅਧਿਕਾਰੀ ਹੈ ਨਾ, ਸ਼ਰਧਾ ਨਾ ਹੋਵੇ, ਉਹਨੂੰ ਉਪਦੇਸ਼ ਦੇਣਾ ਸ਼ਸਤਰਾਂ ਦੇ ਉਲਟ ਹੈ, ਉਲਟ ਹੈ। ਹੁਣ ਕਹਿੰਦੇ ਜਿਹਨੂੰ ਸਿੱਧਾ ਕਹਿ ਕੇ ਗਈ ਆਪਾਂ ਰਾਮ ਰਾਮ ਕਰਿਆ ਕਰ, ਨਹੀਂ ਕਰਿਆ ਜਾਣਾ ਇੱਥੋਂ। ਫਿਰ ਉਸ ਵੇਲੇ ਕਹਿੰਦੇ ਕਿਹਾ ਸੀ ਉਹਨਾਂ ਨੇ, ਆਪਾਂ ਇਤਿਹਾਸ ਪੜ੍ਹਦੇ ਸੁਣਦੇ ਵੀ ਆ ਵੀ ਮਰਾ ਮਰਾ ਕਰੀ ਜਾਈ ਭਾਈ। ਜਿਵੇਂ ਸਾਧੂਆਂ ਨੇ ਗਣਕਾਂ ਨੂੰ ਕਿਹਾ ਸੀਗਾ, ਆਲਾ ਤੋਤਾ ਲੈ ਲੈ ਤੂੰ ਤੋਤੇ ਤੋਂ ਰਾਮ ਕਹਾਇਆ ਕਰ। ਰਾਜਾ ਮਲ ਨੂੰ ਕਿਹਾ ਸੋ ਆਪਣੇ ਪੁੱਤ ਦਾ ਨਾਮ ਨਰਾਇਣ ਰੱਖ ਲੈ। ਇਹਨਾਂ ਕੋਲ ਜੁਗਤੀਆਂ ਹੁੰਦੀਆਂ ਨੇ। ਉਸ ਵੇਲੇ ਕਹਿੰਦੇ ਵਾਲਮੀਕ ਨੂੰ ਮਰਾ ਮਰਾ ਦਾ ਮੰਤਰ ਦੇ ਗਏ, ਮਰਾ ਮਰਾ ਤੋਂ ਫਿਰ ਕਹਿੰਦੇ ਆਰਾਮ ਹੋ ਗਿਆ। ਫਿਰ ਇੰਨੀ ਭਗਤੀ ਕੀਤੀ, ਇੰਨਾ ਸਿਮਰਨ ਕੀਤਾ ਜਿਹਦਾ ਕੋਈ ਹੱਦ ਨਹੀਂ ਹੈ। ਫਿਰ ਮਾਨੋ ਕਿ ਪਰਮੇਸ਼ਰ ਦੇ ਵਿੱਚ ਲੀਨ ਹੋ ਗਏ। ਇੰਨੀ ਸੋਝੀ, ਇੰਨੀ ਅਗਿਆਤ ਭਾਵ ਕੇ ਨਾਮ ਜਪ ਕੇ ਹੋ ਗਈ, ਜਿਹੜੇ ਕਹਿੰਦੇ ਮਾਨੋ ਕਿ ਤ੍ਰੇਤੇ ਯੁੱਗ ਦੇ ਅਵਤਾਰ ਸ਼੍ਰੀ ਰਾਮਚੰਦਰ ਭਗਵਾਨ ਜੀਆਂ ਦੇ ਕਹਿੰਦੇ ਜਿਹੜਾ ਜੀਵਨ ਸੀ ਨਾ, ਉਹ ਕਹਿੰਦੇ 10,000 ਪਹਿਲਾਂ ਉਹਨਾਂ ਤੇ ਆਉਣ ਤੋਂ ਲਿਖਤਾ ਸੀ ਉਹਨਾਂ ਨੇ। ਪਰਮੇਸ਼ਰ ਦੇ ਨਾਮ ਦੇ ਵਿੱਚ ਐਡੀ ਸ਼ਕਤੀ ਹੈ, ਐਡੀ ਬਰਕਤ ਹੈ। ਜਿਹੜੀ ਸੰਗਤ ਹੈ ਇਹ ਸਾਰੀ ਭਾਵਿਕ ਕਿਰਪਾ ਸੰਗਤ ਦੀ ਹੈ ਭਾਈ। ਸੰਗਤ ਵਿੱਚ ਆਉਂਦੇ ਨੇ, ਜਿਹੜੇ ਸੰਗਤ ਵਿੱਚ ਨਹੀਂ ਆਉਂਦੇ ਉਹਨਾਂ ਜੀਵਨ ਦੇਖ ਲਓ ਕਹੇ ਜਿਹੇ ਨੇ, ਨਸ਼ੇ ਪੱਤਿਆਂ ਦੇ ਵਿੱਚ ਗਲਤਾਨ, ਸਾਰਾ ਜੀਵਨ ਤਬਾਹ ਕਰ ਲੈਂਦੇ ਲੋਕ ਆਪਣਾ। ਪਰ ਜੇ ਕੋਈ ਰੱਬ ਦਾ ਪਿਆਰਾ ਸੰਗਤ ਵਿੱਚ ਜੁੜ ਜਾਵੇ, ਉਹ ਡੁੱਬਦਾ ਡੁੱਬਦਾ ਵੀ ਤਰ ਜਾਂਦਾ ਹੈ। ਇਸੇ ਕਰਕੇ ਗੁਰੂ ਪਾਤਸ਼ਾਹ ਪ੍ਰਮਾਣ ਕਰਦੇ ਨੇ, ਬੜ ਭਾਗੀ ਸਾਧ ਸੰਗ ਪ੍ਰਾਪਤ, ਤਿੰਨ ਭੇਟਤ ਦੁਰਮਤ ਖੋਈ, ਤਿੰਨ ਕੀਨ ਧੁਰ ਨਾਨਕ ਦਾਸ ਵਾਸੈ, ਜਿਨ ਹਰ ਨਾਮ ਹਿਰਦੇ ਪਰੋਈ। ਜਿਨ੍ਹਾਂ ਨੇ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਨਾਮ ਪਰੋ ਲਿਆ, ਇਹ ਸੰਗਤ ਦੇ ਵਿੱਚੋਂ ਦੁਰਮਤ ਦੂਰ ਹੋ ਜਾਂਦੀ ਹੈ। ਫਿਰ ਗੁਰੂ ਪਾਤਸ਼ਾਹ ਜੀ ਕਹਿੰਦੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੀ ਕਮਾਈ ਕਰਦਾ ਹੈ। ਫਿਰ ਜਿਹੜੇ ਨਾਮ ਦੀ ਕਮਾਈ ਕਰਦੇ ਨੇ, ਫਿਰ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਮੈਨੂੰ ਤੋੜ ਬਣਾ ਦੀ ਰੱਬਾ ਉਹਨਾਂ ਦੀ, ਜਿਹੜੇ ਤੇਰਾ ਨਾਮ ਜਪਦੇ। ਤੋੜ ਬਣਾ ਦੇ ਰੱਬਾ ਉਹਨਾਂ, ਜਿਹੜੇ ਤੇਰਾ ਨਾਮ ਜਪਦੇ। ਤੋੜ ਬਣਾ ਦੇ ਰੱਬਾ ਉਹਨਾਂ ਦੀ, ਜਿਹੜੇ ਤੇਰਾ ਨਾਮ ਜਪਦੇ। ਨੂੰ ਤੋੜ ਬਣਾ ਦੇ ਰੱਬਾ ਉਹਨਾਂ ਦੀ, ਜਿਹੜੇ ਤੇਰਾ ਨਾਮ ਜਪਦੇ। ਜਿਹੜੇ ਤੇਰਾ ਨਾਮ ਜਪਦੇ। ਤੇਰਾ ਨਾਮ ਜਪਦੇ। ਤੋੜ ਬਣਾ ਦੇ ਰੱਬਾ ਉਹਨਾਂ ਦੀ, ਬਣਾ ਦੇ ਰੱਬਾ ਉਹਨਾਂ, ਜਿਹੜੇ ਤੇਰਾ ਨਾਮ ਜਪਦੇ। ਮੈਨੂੰ ਤੋੜ ਬਣਾ ਦੇ ਰੱਬਾ ਉਹਨਾਂ, ਜਿਹੜੇ ਤੇਰਾ ਨਾਮ ਜਪਦੇ। ਤੋੜ ਬਣਾ ਦੇ ਰੱਬਾ ਉਹਨਾਂ ਦੀ, ਜਿਹੜੇ ਤੇਰਾ ਨਾਮ ਜਪਦੇ। ਨੂੰ ਤੋੜ ਬਣਾ ਦੇ ਰੱਬਾ ਉਹਨਾਂ ਦੀ,
ਜਿਹੜੇ ਤੇਰਾ ਨਾਮ ਜਪਦੇ। ਜਿਹੜੇ ਤੇਰਾ ਨਾਮ ਜਪਦੇ। ਜਿਹੜੇ ਤੇਰਾ ਨਾਮ ਜਪਦੇ। ਜਿਹੜੇ ਤੇਰਾ ਜੀ ਨਾਮ ਜਪਦੇ। ਵਾਹਿਗੁਰੂ। ਜਿਹੜੇ ਤੇਰਾ ਜੀ ਨਾਮ ਜਪਦੇ। ਉਹ ਜਿਹੜੇ ਤੇਰਾ ਜੀ ਨਾਮ ਜਪਦੇ। ਉਹ ਜਿਹੜੇ ਤੇਰਾ ਜੀ ਨਾਮ ਜਪਦੇ। ਤੇਰਾ ਜੀ ਨਾਮ ਜਪਦੇ। ਆਣੇ ਤੇਰਾ ਜੀ ਨਾਮ ਜਪਦੇ। ਜਿਹੜੇ ਤੇਰਾ ਜੀ ਨਾਮ ਜਪਦੇ। ਉਹ ਜਿਹੜੇ ਤੇਰਾ ਜੀ ਨਾਮ ਜਪਦੇ। ਉਹ ਜਿਹੜੇ ਤੇਰਾ ਜੀ ਨਾਮ ਜਪਦੇ। ਨਾਮ ਜਪਦੇ। ਜਿਹੜੇ ਤੇਰਾ ਜੀ ਨਾਮ ਜਪਦੇ। ਤੋੜ ਬਣਾ ਦੇ ਰੱਬਾ ਉਹਨਾਂ ਦੀ, ਬਣਾ ਦੇ ਰੱਬਾ ਉਹਨਾਂ ਦੀ। ਜਿਹੜੇ ਤੇਰਾ ਨਾਮ ਜਪਦੇ। ਮੈਨੂੰ ਤੋੜ ਬਣਾ ਦੇ ਰੱਬਾ ਉਹਨਾਂ, ਜਿਹੜੇ ਤੇਰਾ ਨਾਮ ਜਪਦੇ। ਤੋੜ ਬਣਾ ਦੇ ਰੱਬਾ ਉਹਨਾਂ ਦੀ, ਜਿਹੜੇ ਤੇਰਾ ਨਾਮ ਜਪਦੇ। ਨੂੰ ਤੋੜ ਬਣਾ ਦੇ ਰੱਬਾ ਉਹਨਾਂ ਦੀ, ਜਿਹੜੇ ਤੇਰਾ ਨਾਮ ਜਪਦੇ। ਨਾਮ ਜਪਦੇ। ਤੋੜ ਬਣਾ ਦੇ ਰੱਬਾ ਉਹਨਾਂ ਦੀ, ਜਿਹੜੇ ਤੇਰਾ ਨਾਮ ਜਪਦੇ। ਅੰਤਰਜਾਮੀ ਪੁਰਖ ਵਿਦਾਤੇ ਸ਼ਰਧਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੂਰੇ। ਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ, ਕਹਿੰਦੇ ਭਾਈ ਦੇਖੋ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਦਾ ਕਿੱਡਾ ਵੱਡਾ ਰੁਤਬਾ ਹੈ। ਇਸ ਕਰਕੇ ਸੰਗਤ ਵਿੱਚ ਜੋ ਜੀਵ ਆਉਂਦਾ ਹੈ, ਪਾਤਸ਼ਾਹ ਜੀ ਕਹਿੰਦੇ ਕੁਛ ਨਾ ਕੁਛ ਲੈ ਕੇ ਜਾਂਦਾ, ਉਹ ਲੈ ਕੇ ਜਾਂਦਾ ਹੈ। ਸੰਗਤ ਵਿੱਚ ਆ ਕੇ ਜੀਵ ਦਾ ਜੀਵਨ ਬਦਲ ਜਾਂਦਾ ਹੈ। ਇਸ ਕਰਕੇ ਦੇਖੋ ਫਿਰ ਕਿੱਡੀ ਪਦਵੀ ਤੇ ਪਹੁੰਚੇ। ਫਿਰ ਜਦੋਂ ਕਹਿੰਦੇ ਪਾਂਡਵਾਂ ਨੇ ਨਾ ਜੱਗ ਕੀਤਾ ਸੀਗਾ, ਜੰਗ ਤੋਂ ਬਾਅਦ ਜਿੱਤ ਕੇ ਉਹਨਾਂ ਦਾ ਜੱਗ ਕਹਿੰਦੇ ਸਫਲ ਨਹੀਂ ਹੋਇਆ ਸੀਗਾ। ਫਿਰ ਪੁੱਛਿਆ ਭਗਵਾਨ ਕ੍ਰਿਸ਼ਨ ਜੀ ਤੋਂ, ਜੀ ਸੰਖ ਨਹੀਂ ਵੱਜਿਆ, ਬਾਂਸ ਹਰਾਣੀ ਹੋਇਆ, ਕੀ ਕਰੀਏ ਹੁਣ? ਕਹਿੰਦੇ ਵਾਲਮੀਕ ਨਹੀਂ ਆਇਆ ਹੋਣਾ। ਫਿਰ ਵਾਲਮੀਕ ਜੀ ਆਏ ਸੀਗੇ, ਮਾਨੋ ਕਿ ਉਹਨਾਂ ਲੰਗਰ ਪਾਣੀ ਛਕਿਆ, ਅਰਦਾਸ ਕੀਤੀ, ਫਿਰ ਉਹਨਾਂ ਦਾ ਜੰਗ ਸੰਪੂਰਨ ਹੋਇਆ ਸੀਗਾ। ਕਿੱਥੋਂ ਐਡੀ ਕਿਰਪਾ ਹੋਈ? ਰੱਬ ਦੇ ਪਿਆਰਿਆਂ ਦੇ ਕੋਲੋਂ। ਅੱਜ ਕਹਿੰਦੇ ਕਹਿੰਦੇ ਰੱਬ ਦੇ ਭਾਵ ਕੇ ਸੰਤਾਂ ਕੋਲ, ਮਹਾਤਮਾ ਕੋਲ ਜਾਓ ਹੀ ਨਾ, ਕੋਈ ਹੈ ਹੀ ਨਹੀਂਗਾ। ਕਿੱਥੋਂ ਐਸੀਆਂ ਬਖਸ਼ਿਸ਼ਾਂ ਹੁੰਦੀਆਂ ਨੇ, ਮਾਨੋ ਕਿ ਜਿਨ੍ਹਾਂ ਦੇ ਕੋਲ ਕੁਛ ਹੁੰਦਾ ਉਹੀ ਦੇ ਸਕਦੇ ਨੇ, ਜਿਨ੍ਹਾਂ ਕੋਲ ਕੁਛ ਹੈ ਨਹੀਂ, ਦੇਣਾ ਦਵਾਉਣਾ ਉਹਨਾਂ ਨੇ ਕੀ ਹੈ ਭਾਈ। ਇਸ ਕਰਕੇ ਮਾਨੋ ਕਹਿੰਦੇ ਗੁਰੂ ਪਾਤਸ਼ਾਹ ਜੀ ਕਹਿੰਦੇ ਸੰਗਤ ਨਹੀਂ ਵਿਸਾਰਨੀ, ਸੰਗਤ ਵਿੱਚ ਹਮੇਸ਼ਾ ਆਉਣਾ ਚਾਹੀਦਾ ਹੈ। ਇਸੇ ਕਰਕੇ ਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ, ਬੜ ਭਾਗੀ ਸੰਗਤ ਪਾਵੈ, ਭਾਗਹੀਣ ਪ੍ਰਮ ਚੋਟਾਂ ਖਾਵੈ। ਬਿਨ ਭਾਗਾਂ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਭਾਗਾਂ ਤੇ ਬਿਨਾਂ ਨਹੀਂ ਆਇਆ ਜਾ ਸਕਦਾ। ਜਦੋਂ ਭਾਗ ਉਹਦੇ ਹੁੰਦੇ ਨੇ ਫਿਰ ਗੁਰੂ ਪਾਤਸ਼ਾਹ ਜੀ ਕਹਿੰਦੇ ਸੰਗਤ ਮਿਲਦੀ ਹੈ। ਜਿਨ ਕੋ ਭੈ ਦਿਆਲ ਤਿਨ ਸਾਧੂ ਸੰਗ ਭਇਆ,
ਅੰਮ੍ਰਿਤ ਹਰਿ ਕਾ ਨਾਮ ਤੀਨੀ ਜਨੀ ਜਪ ਲਿਆ। ਇਸ ਕਰਕੇ ਗੁਰੂ ਮਹਾਰਾਜ ਕੇ ਸੰਗਤ ਦਾ ਬਹੁਤ ਵੱਡਾ ਜਿਹੜਾ ਗੁਣ ਅਧਿਕਾਈ ਹੈ, ਉਹਨਾਂ ਵਿੱਚ ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਸੰਗਤ ਆਉਣ ਦੇ ਨਾਲ ਤਾਂ ਬੜਿਆਂ ਬੜਿਆਂ ਦੇ ਜੀਵਨ ਬਦਲ ਜਾਂਦੇ। ਇਸ ਕਰਕੇ ਸੰਗਤ ਵਿੱਚ ਹਮੇਸ਼ਾ ਜਿੰਨਾ ਵੀ ਸਮਾਂ ਮਿਲੇ, ਕਬੀਰ ਏਕ ਘੜੀ ਆਦਿ ਘੜੀ ਆਦਿ ਹੋਂ ਤੇ ਆਦ ਭਗਤ ਨ ਛੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਜਿੰਨਾ ਵੀ ਸੰਗਤ ਕਰਾਂਗੇ ਇਹਦੇ ਵਿੱਚ ਆਪਣੇ ਜੀਵਨ ਦਾ ਭਲਾ ਹੀ ਭਲਾ। ਆਓ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਜਿੰਨੀਆਂ ਸੰਗਤਾਂ ਗੁਰੂ ਚਰਨਾਂ ਵਿੱਚ ਪਹੁੰਚੀਆਂ ਸਭ ਦਾ ਧੰਨਵਾਦ। ਗੁਰੂ ਪਾਤਸ਼ਾਹ ਕਿਰਪਾ ਕਰੇ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰੇ, ਆਪਣੇ ਦਰੋਂ ਘਰੋਂ ਨਾਮਦਾਨ ਸਿੱਖੀ ਭਰੋਸਾ ਦਾਨ ਬਖਸ਼ਿਸ਼ ਕਰੇ। ਰਲ ਮਿਲ ਕੇ ਭੋਗ ਦਾ ਸਲੋਕ ਫਿਰ ਗੁਰੂ ਕੇ ਦੇਗਾ ਗੁਰੂ ਕੇ ਲੰਗਰ ਤਿਆਰ ਨੇ। ਸਭ ਸੰਗ ਸੰਗਤਾਂ ਨੇ ਸੰਗ ਛਕਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਧੰਨ ਵਾਹਿਗੁਰੂ, 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 ਵਾਹਿਗੁਰੂ 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 ਗੁਰੂ ਵਾਹਿਗੁਰੂ 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 ਜੀ ਵਾਹਿਗੁਰੂ 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 ਨਾਮ ਜਹਾਜ ਹੈ ਚੜੇ ਸੋਤਰੇ ਪਾਰ ਗੁਰ ਪਾਰ ਉਤਾਰਨ ਹਾਰ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਨ ਰਾਤ ਦੋਇ ਦਾਈ ਦਇਆ ਖੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਓ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸ਼ਕਤ ਕਾਲ ਓ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੇ ਨਾਮ ਧਿਆਇਆ ਗਏ ਮਸ਼ਕਤ ਕਾਲ ਓ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।